ਸਤਿ ਸ਼੍ਰੀ ਅਕਾਲ। ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲਾਈਵ ਕਵਰ ਪਛਾਣ ਦਾ ਇੱਕ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਅੱਜ ਵੀ ਖਾਸ ਤੌਰ ਦੇ ਉੱਤੇ ਜਿਨ੍ਹਾਂ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ ਉਹ ਮਸਲੇ ਰਹਿਣਗੇ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੀ 31 ਮਾਰਚ ਦੀ ਬੈਠਕ ਸੱਦੀ ਗਈ ਹੈ। ਇਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਫੈਸਲਿਆਂ ਨੂੰ ਲੈ ਕੇ ਚਰਚਾਵਾਂ ਹੋਣ ਲੱਗੀਆਂ ਨੇ ਕਿ ਹੁਣ ਵਜ਼ਾਰਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਦੇ ਸੰਕੇਤ ਹੋ ਰਹੇ ਨੇ ਤੇ ਨਾਲ ਹੀ ਗੱਲਬਾਤ ਰਹੇਗੀ। ਅੱਜ ਕਿਸਾਨ ਅੰਦੋਲਨ ਦੇ ਤਹਿਤ ਦਿੱਤੀ ਗਈ ਕਾਲ ਦੇ ਮੁਤਾਬਿਕ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਭਾਰਤ ਬੰਦ ਰਹਿਣਾ ਹੈ ਤੇ ਅੱਜ ਰਾਤ ਤੋਂ ਜਿਹੜੀਆਂ ਸਬਜ਼ੀਆਂ ਤੇ ਦੁੱਧ ਦੀ ਜਿਹੜੀ ਸਪਲਾਈ ਹੈ ਉਹ ਕਿਸਾਨਾਂ ਦੇ ਵੱਲੋਂ ਪੂਰੇ ਸ਼ਹਿਰਾਂ ਦੇ ਵਿੱਚ ਬੰਦ ਕਰ ਦਿੱਤੀ ਗਈ ਹੈ। ਸੋ ਇਸ ਦੇ ਨਾਲ ਹੀ ਗੱਲਬਾਤ FCI ਦੇ ਨਵੇਂ ਨਿਯਮਾਂ ਤੋਂ ਬਾਅਦ ਵੀ ਸਿਆਸਤ ਪੰਜਾਬ ਦੇ ਵਿੱਚ ਪੱਕੀ ਹੋਈ ਹੈ ਤੇ ਇੱਕ ਸਰਵੇ ਜੋ ਬੀਤੇ ਦਿਨੀ ਇੱਕ ਨਿੱਜੀ ਚੈਨਲ ਦੇ ਵੱਲੋਂ ਇੱਕ ਕੰਪਨੀ ਦੇ ਨਾਲ ਰਲ ਕੇ ਕਰਵਾਇਆ ਗਿਆ ਸੀ, ਉਸ ਸਰਵੇ ਤੋਂ ਨਾਰਾਜ਼ ਨਜ਼ਰ ਆ ਰਹੀ ਹੈ ਅਕਾਲੀ ਦਲ ਤੇ ਅਕਾਲੀ ਦਲ ਨੇ ਲੀਗਲ ਤਰੀਕਾ ਵੀ ਅਪਣਾਇਆ ਇਸ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ। ਹੋਰ ਕਈ ਖਾਸ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਇਸ ਦਰਮਿਆਨ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਸਾਹਿਬ ਦਾ ਸਵਾਗਤ, ਫਿਰ ਇੱਕ ਇੱਕ ਕਰਕੇ ਖਬਰਾਂ ਦੇ ਵੱਲ ਵਧਦੇ ਹਾਂ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਗਗਨ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਤੇ ਡੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਅੱਜ ਦੇ ਬੰਦ ਦੇ ਵੱਲ ਵਧੀਏ। ਕੁਝ ਹੀ ਘੰਟਿਆਂ ਦੇ ਬਾਅਦ ਪੂਰੇ ਭਾਰਤ ਦੇ ਵਿੱਚ ਜੋ ਬੰਦ ਦੀ ਕਾਲ ਦਿੱਤੀ ਗਈ ਹੈ ਉਸ ਦੇ ਮੁਤਾਬਿਕ ਕਿਸਾਨਾਂ ਨੇ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਵੀ ਕਰਨੇ ਨੇ ਤੇ ਸ਼ਾਂਤਮਈ ਤਰੀਕੇ ਦੇ ਨਾਲ ਅੱਜ ਦਾ ਬੰਦ ਰੱਖਣ ਦੀ ਉਹਨਾਂ ਦੇ ਵੱਲੋਂ ਗੱਲ ਆਖੀ ਗਈ ਹੈ। ਪੂਰੇ ਭਾਰਤ ਦੀ ਜੇਕਰ ਗੱਲ ਕਰੀਏ ਤਾਂ ਕੱਲ ਜਿਹੜੀ ਸ਼ਾਮ ਤੋਂ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਦੁੱਧ ਅਤੇ ਸਬਜ਼ੀਆਂ ਦੀ ਜਿਹੜੀ ਸਪਲਾਈ ਆ ਕਿਸਾਨਾਂ ਦੇ ਵੱਲੋਂ ਹੁੰਦੀ ਉਹ ਰਾਤ ਤੋਂ ਹੀ ਬੰਦ ਕਰ ਦਿੱਤੀ ਜਾਊਗੀ। ਕਿਹੋ ਜਿਹਾ ਪ੍ਰਭਾਵ ਜਿਹੜਾ ਵੇਖਦੇ ਹੋ ਕਿ ਅੱਜ ਦੇ ਜੋ ਬੰਦ ਦਾ ਅਸਰ ਕਿੰਨਾ ਕੁ ਵੇਖਣ ਨੂੰ ਪਏਗਾ ਸਰਕਾਰ ਦੇ ਉੱਤੇ ਤੇ ਕੀ ਕੁਝ ਬੰਦ ਖਾਸ ਤੌਰ ਦੇ ਉੱਤੇ ਅੱਜ ਰਹੇਗਾ? ਦੇਖੋ, ਪਹਿਲਾਂ ਤਾਂ ਕੀ ਕੁਝ ਖੁੱਲ੍ਹਾ ਰਹੇਗਾ ਮੈਂ ਉਹ ਜ਼ਰੂਰ ਦੱਸਦਾ, ਕਿਉਂਕਿ ਰੋਜ਼ਮर्रा ਦੀ ਜ਼ਿੰਦਗੀ ਹੈ ਜਿਹੜੀ ਉਹ ਸੁਚਾਰੂ ਚੱਲਣੀ ਚਾਹੀਦੀ ਹੈ। ਦਵਾਈਆਂ ਦੀਆਂ ਦੁਕਾਨਾਂ ਮੂਲ ਰੂਪ 'ਚ ਬੰਦ ਰਹਿਣਗੀਆਂ, ਪਰਚੂਨ ਦੀਆਂ ਦੁਕਾਨਾਂ, ਕਰਿਆਨੇ ਦੀਆਂ ਦੁਕਾਨਾਂ, ਇਹ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਔਰ ਉਦਯੋਗ, ਫੈਕਟਰੀਆਂ, ਕੰਪਨੀਆਂ, ਉਹਨਾਂ ਦੇ ਦਫ਼ਤਰਾਂ ਨੂੰ ਨਹੀਂ ਬੰਦ ਕੀਤਾ ਜਾਏਗਾ, ਉਹ ਚੱਲਦੇ ਰਹਿਣਗੇ। ਕੋਈ ਸੱਦਾ ਨਹੀਂ ਮਾਰਿਆ ਕਿਸਾਨਾਂ ਨੇ। ਔਰ ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ, ਜਨਰਲ ਸਟੋਰ ਤੇ ਸਕੂਲੀ ਵਿਦਿਆਰਥੀਆਂ ਦੀਆਂ ਕਿਤਾਬਾਂ ਕਾਪੀਆਂ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ ਵੀ ਬੰਦ ਨਹੀਂ ਰਹਿਣਗੀਆਂ। ਔਰ ਮੂਲ ਰੂਪ ਦੇ ਵਿੱਚ ਆਪਾਂ ਦੇਖਿਆ ਸੀ ਕਿ ਪਹਿਲਾਂ ਕਿਸਾਨਾਂ ਨੇ ਇੱਕ ਦਿਨ ਬੰਦ ਕੀਤਾ ਸੀ ਗਗਨ 3 ਘੰਟਿਆਂ ਦਾ ਜੀ। ਸੋ 3 ਘੰਟਿਆਂ ਦਾ ਬੰਦ ਸੀ ਔਰ ਉਹ ਵੀ ਪੂਰੇ ਮੁਲਕ ਦੇ ਵਿੱਚ ਉਹਨਾਂ ਨੇ ਬੰਦ ਕੀਤਾ ਸੀ, ਸੱਦਾ ਦਿੱਤਾ ਸੀ 3 ਘੰਟਿਆਂ ਲਈ ਕਿ ਅਸੀਂ ਬੰਦ ਰੱਖਾਂਗੇ ਤੇ ਉਦੋਂ ਹਾਰਨ ਵੀ ਵਜਾਏ ਜਾਣੇ ਸੀ ਗੱਡੀਆਂ ਦੇ। ਹੁਣ ਉਹ ਕਹਿੰਦੇ ਅਸੀਂ ਸਾਰੇ ਦਿਨ ਦਾ ਬੰਦ ਦਾ ਐਲਾਨ ਕਰਾਂਗੇ, ਕਰਤਾ ਸਵੇਰੇ 6 ਤੋਂ ਸ਼ਾਮ 6 ਵਜੇ ਤੱਕ। ਦੇਖੋ, ਇਹ ਤਾਂ ਹੁਣ ਜਿਵੇਂ ਜਿਵੇਂ ਅੱਜ ਦਿਨ ਅੱਗੇ ਵਧੇਗਾ ਕਿ ਸਾਨੂੰ ਪਤਾ ਲੱਗੂਗਾ ਕਿ ਇਹ ਬੰਦ ਕਿੰਨਾ ਕਾਮਯਾਬ ਹੋਇਆ। ਕਿਸਾਨਾਂ ਨੂੰ ਕੀ ਦੇਸ਼ ਦੇ ਆਮ ਲੋਕਾਂ ਨੇ ਸਮਰਥਨ ਦਿੱਤਾ ਇਸ ਬੰਦ ਦੇ ਵਿੱਚ? ਕੀ ਇਹ ਜਿਹੜਾ ਬੰਦ ਹੈ ਆਮ ਲੋਕਾਂ ਦੀ ਸ਼ਮੂਲੀਅਤ ਵਾਲਾ ਬੰਦ ਸੀ ਜਾਂ ਕਿਸਾਨ ਅੰਦੋਲਨ ਦੇ ਲੀਡਰਾਂ ਨੂੰ ਮੁੜ ਤੋਂ ਵਿਚਾਰ ਕਰਨਾ ਪਊਗਾ ਕਿ ਉਹ ਕਿਵੇਂ ਕੇਂਦਰ ਦੇ ਨਾਲ ਨਵੇਂ ਸਿਰੇ ਤੋਂ ਗੱਲਬਾਤ ਦੇ ਰਾਬਤੇ ਦੇ ਵਿੱਚ ਆਉਂਦੇ ਨੇ? ਕਿਉਂਕਿ ਜਦੋਂ ਇਸ ਤਰੀਕੇ ਦੇ ਬੰਦ ਕੀਤੇ ਜਾਂਦੇ ਨੇ ਨਾ, ਉਹਨਾਂ ਦਾ ਸੰਕੇਤ ਇਹੀ ਹੁੰਦਾ ਕਿ ਸਰਕਾਰ ਤੱਕ ਸਾਡੀ ਫਿਰ ਗੱਲ ਜਾਵੇ, ਸਰਕਾਰ 'ਤੇ ਫਿਰ ਇਸ ਗੱਲ ਦਾ ਦਬਾਅ ਪਵੇ ਕਿ ਕਿਸਾਨਾਂ ਦੀਆਂ ਗੱਲਾਂ ਅਸੀਂ ਸੁਣਨੀਆਂ ਨੇ, ਉਹਨਾਂ ਨਾਲ ਸਲਾਹ ਮਸ਼ਵਰਾ ਕਰਨਾ। ਦੇਖੋ, ਮੈਂ ਹੁਣ ਵੀ ਕਹਿੰਦਾ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਕਿਸਾਨੀ ਹੈ ਉਹ ਕਿਸੇ ਵੀ ਮੁਲਕ ਦੀ ਰੀੜ੍ਹ ਹੁੰਦੀ ਹੈ ਔਰ ਭਾਰਤ ਤਾਂ 70-80% ਲੋਕ ਸਾਡੇ ਕਿਸਾਨੀ 'ਤੇ ਨਿਰਭਰ ਕਰਦੇ ਨੇ। ਪਰ ਇਸ ਦੇ ਬਾਵਜੂਦ ਮੇਰਾ ਇਹ ਮੰਨਣਾ ਹੈ ਕਿ ਕਿਸਾਨ ਔਰ ਸਰਕਾਰ ਜਦ ਤੱਕ ਆਪਸ ਦੇ ਵਿੱਚ ਮਿਲ ਬੈਠ ਕੇ ਮਸਲੇ ਦਾ ਹੱਲ ਨਹੀਂ ਨਿਬੇੜਦੇ, ਇਹ ਕੋਈ ਬਹੁਤ ਹੀ ਚੰਗੀ ਜਿਹੜੀ ਹੈ ਪਰੰਪਰਾ ਨਹੀਂ ਹੈ। ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਅੰਦੋਲਨ ਨੇ ਇਹ ਜਿੰਨੇ ਲੰਬੇ ਚੱਲਦੇ ਜਾਣਗੇ ਗਗਨ, ਉਹਦੇ ਨਾਲ ਦੇਸ਼ ਦਾ ਵੀ ਨੁਕਸਾਨ ਹੈ, ਕਿਸਾਨੀ ਦਾ ਵੀ ਨੁਕਸਾਨ ਹੈ, ਸਰਕਾਰਾਂ ਦੀ ਵੀ ਇੱਜ਼ਤ ਖਰਾਬ ਹੁੰਦੀ ਹੈ ਔਰ ਮੁਲਕ ਦੇ ਵਿੱਚ ਸਿਹਤਮੰਦ ਤਰੀਕੇ ਦੇ ਨਾਲ ਮਸਲੇ ਨਿਬੜ ਜਾਣੇ ਚਾਹੀਦੇ ਨੇ। ਮੈਂ ਹਮੇਸ਼ਾ ਇਸ ਗੱਲ ਦਾ ਪੈਰੋਕਾਰ ਰਿਹਾ। ਬਾਕੀ ਠੀਕ ਹੈ, ਕਿਸਾਨ ਸੰਗਠਨ ਲਗਾਤਾਰ ਵੱਖ-ਵੱਖ ਰਣਨੀਤੀਆਂ ਗਗਨ ਬਣਾਉਂਦੇ ਨੇ ਔਰ ਡੈਮੋਕ੍ਰੇਸੀ 'ਚ ਇਹ ਵੀ ਹੱਕ ਹੈ ਸ਼ਾਂਤੀਪੂਰਵਕ ਤਰੀਕੇ ਨਾਲ ਸਾਰੇ ਲੋਕ ਆਪਣਾ ਅੰਦੋਲਨ ਕਰਨ। ਪਰ ਮੈਂ ਇਹ ਦੇਖ ਰਿਹਾ ਕਿ ਕਿਸਾਨ ਅੰਦੋਲਨ 26 ਜਨਵਰੀ ਤੋਂ ਬਾਅਦ, 26 ਜਨਵਰੀ ਦੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਕਿਸਾਨ ਅੰਦੋਲਨ ਉਸ ਤਰੀਕੇ ਨਾਲ ਆਪਣੀ ਪਟੜੀ ਤੇ ਨਹੀਂ ਚੜ੍ਹ ਸਕਿਆ। ਇਹ ਬੜੀ ਬਦਕਿਸਮਤੀ ਰਹੀ। ਮੈਨੂੰ ਇਹ ਲੱਗਦਾ ਕਿ ਕਿਸਾਨ ਅੰਦੋਲਨ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੱਧ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਸੀ ਤਾਂ ਕਿ 26 ਜਨਵਰੀ ਦਾ ਜਿਹੜਾ ਜੋ ਕੁਝ ਵਾਪਰਿਆ 26 ਜਨਵਰੀ ਦਾ ਉਹ ਵੀ ਸਭ ਕੁਝ ਨਾ ਵਾਪਰਦਾ। ਔਰ ਹੁਣ ਉਸ ਤੋਂ ਬਾਅਦ ਕਿਸਾਨ ਅੰਦੋਲਨ ਦੇ ਜਿੰਨੇ ਵੀ ਕਿਸਾਨ ਸੰਗਠਨ ਨੇ, ਮੈਂ ਲਗਾਤਾਰ ਕਹਿ ਰਿਹਾ ਕਿ ਉਹਨਾਂ ਨੇ ਪੂਰਾ ਜ਼ੋਰ ਲਾ ਲਿਆ ਸਰਕਾਰ ਨੂੰ ਸਮਝਾਉਣ ਦਾ। ਸਰਕਾਰ ਤਬਦੀਲੀਆਂ ਲਈ ਸਹਿਮਤ ਸੀ ਕਿ 11-12 ਸੰਸ਼ੋਧਨ ਨੇ ਅਸੀਂ ਕਰਨ ਨੂੰ ਤਿਆਰ ਹਾਂ। ਉਹ ਕਿਸਾਨ ਮੋਰਚੇ ਨੇ ਰੱਦ ਕਰਤੇ ਵੀ ਨਹੀਂ, ਅਸੀਂ ਸੰਸ਼ੋਧਨ ਨਹੀਂ, ਅਸੀਂ ਰਿਪੀਲ ਕਰਾਉਣਾ ਚਾਹੁੰਦੇ ਹਾਂ, ਇਹਨਾਂ ਲਾਜ਼ ਨੂੰ ਅਸੀਂ ਰੱਦ ਕਰਾਉਣਾ ਚਾਹੁੰਦੇ ਹਾਂ। ਸੋ ਉਹ ਰੇੜਕਾ ਤਾਂ ਬਰਕਰਾਰ ਹੀ ਹੈ। ਸਰਕਾਰ ਕਹਿੰਦੀ ਅਸੀਂ ਸੰਸ਼ੋਧਨ ਕਰਨ ਨੂੰ ਤਿਆਰ ਹਾਂ,
ਕਿਸਾਨ ਕਹਿੰਦੇ ਅਸੀਂ ਸੰਸ਼ੋਧਨ ਕਰਾਉਣੇ ਨਹੀਂ। ਹੁਣ ਜਦੋਂ ਅਜਿਹੀਆਂ ਸਥਿਤੀਆਂ ਹੋਣ ਕਿਸੇ ਵੀ ਡੈਮੋਕ੍ਰੇਸੀ 'ਚ, ਭਾਰਤ ਵਰਗੀ ਡੈਮੋਕ੍ਰੇਸੀ 'ਚ, ਇਹਦਾ ਹੱਲ ਕੀ ਹੈ? ਦੇਖੋ, ਕਿਸਾਨ ਜਿਸ ਰੂਪ 'ਚ ਹੁਣ ਅੰਦੋਲਨ ਕਰ ਰਹੇ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿਤੇ ਨਾ ਕਿਤੇ ਕਿਸਾਨਾਂ ਤੇ ਹੋਰ ਦਬਾਅ ਵੀ ਹੈ। ਕਿਸਾਨਾਂ ਨੇ ਖੇਤੀ ਵੀ ਕਰਨੀ ਹੈ, ਕਿਸਾਨਾਂ ਦੀ ਆਰਥਿਕ ਹਾਲਤ ਇੰਨੀ ਜ਼ਿਆਦਾ ਚੰਗੀ ਨਹੀਂ, ਸਾਨੂੰ ਇਹ ਵੀ ਪਤਾ ਹੈ। ਆਮ ਲੋਕਾਂ ਦਾ ਵੀ ਕਿਤੇ ਨਾ ਕਿਤੇ ਜਿਹੜਾ ਸਮਰਥਨ ਹੈ ਪਹਿਲਾਂ ਨਾਲੋਂ ਉਹ ਥੋੜ੍ਹਾ ਜਿਹਾ ਘਟਿਆ। ਉਹਦਾ ਕਾਰਨ ਕੀ ਹੈ ਕਿ ਆਮ ਲੋਕਾਂ ਨੂੰ ਵੀ ਆਪਣੇ ਰੁਜ਼ਗਾਰ, ਆਪਣੀ ਜ਼ਿੰਦਗੀ ਵਾਲੇ ਪਾਸੇ ਉਹਨਾਂ ਨੇ ਵੀ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਸਾਰੇ ਲੋਕ ਨੇ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਨੇ, ਸਾਡੇ ਜਿਹੜੇ ਆਮ ਲੋਕ ਨੇ, ਭਾਵੇਂ ਉਹ ਕਿਸਾਨਾਂ ਨਾਲ ਜੁੜੇ ਨੇ, ਕਿਸਾਨਾਂ ਦੇ ਸਮਰਥਨ 'ਚ ਨੇ, ਕਿਸਾਨਾਂ ਦੇ ਹੱਕ 'ਚ ਨੇ, ਉਹ ਵੀ ਲੋਕ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੇ ਵੀ ਆਪਣੇ ਵਪਾਰ ਧੰਦੇ ਬੰਦ ਕਰਕੇ ਕਿਸਾਨਾਂ ਦੀ ਹਮਾਇਤ ਕੀਤੀ। ਲੇਕਿਨ ਇਹ ਸਥਿਤੀਆਂ ਗਗਨ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਬਣੀਆਂ ਰਹਿ ਸਕਦੀਆਂ। ਇਹ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹ ਸਥਿਤੀਆਂ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਬਣੀਆਂ ਰਹਿ ਸਕਦੀਆਂ ਹੁੰਦੀਆਂ। ਇਸ ਕਰਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਭਵਿੱਖ 'ਚ ਕਰਨੇ ਹੀ ਪੈਂਦੇ ਨੇ। ਸੋ ਮੈਂ ਇਹ ਵੀ ਸੁਝਾਅ ਲਗਾਤਾਰ ਦੇ ਰਿਹਾ ਸੀ ਕਿਸਾਨ ਮੋਰਚਾ ਦੇ ਆਗੂਆਂ ਨੂੰ ਕਿ ਠੀਕ ਹੈ, ਤੁਸੀਂ ਜਿਹੜਾ ਅੰਦੋਲਨ ਦਾ ਰਾਹ ਚੁਣਿਆ ਹੈ, ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹੋ, ਠੀਕ ਹੈ। ਕਿਸਾਨ ਮੋਰਚੇ ਨੂੰ ਵੀ ਆਪਣਾ ਹੱਕ ਹੈ ਸ਼ਾਂਤੀਪੂਰਵਕ ਅੰਦੋਲਨ ਕਰਨ ਦਾ। ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਗਗਨ ਕਈ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਨੇ ਸਮੇਂ-ਸਮੇਂ ਤੇ। ਮੈਨੂੰ ਯਾਦ ਹੈ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਹੋਣੀ ਉਹਨਾਂ ਨੇ ਰਥ ਯਾਤਰਾ ਕੱਢੀ ਸੀ, ਉਹ ਵੀ ਆਪਣੇ ਇੱਕ ਮਿਸ਼ਨ ਦੇ ਉੱਤੇ ਨਿਕਲੇ ਹੋਏ ਸੀ। ਉਦੋਂ ਕਾਂਗਰਸ ਵਾਲੇ ਵਿਰੋਧ ਕਰਦੇ ਸੀ ਵੀ ਇਹਨਾਂ ਨੂੰ ਰਥ ਯਾਤਰਾ ਨਹੀਂ ਕੱਢਣੀ ਚਾਹੀਦੀ। ਸੋ ਸਮੇਂ-ਸਮੇਂ ਤੇ ਵੱਖ-ਵੱਖ ਸੰਗਠਨ, ਭਾਵੇਂ ਉਹ ਸਮਾਜਿਕ ਸੰਗਠਨ ਨੇ, ਭਾਵੇਂ ਪੋਲੀਟੀਕਲ ਪਾਰਟੀਆਂ ਨੇ, ਉਹ ਆਪਣੇ ਤਰੀਕੇ ਨਾਲ ਅੰਦੋਲਨ ਕਰਦੀਆਂ ਨੇ ਔਰ ਉਹ ਡੈਮੋਕ੍ਰੇਸੀ 'ਚ ਉਹਨਾਂ ਨੂੰ ਅੰਦੋਲਨ ਕਰਨ ਦਾ ਹੱਕ ਹੁੰਦਾ ਹੈ। ਪਰ ਮੈਂ ਹੁਣ ਕੀ ਚਾਹੁੰਦਾ, ਦੇਖੋ ਮੇਰਾ ਇਹ ਮੰਨਣਾ ਹੈ ਗਗਨ ਕਿ ਸਰਕਾਰ ਔਰ ਕਿਸਾਨਾਂ 'ਚ ਰੇੜਕਾ ਤਾਂ ਖਤਮ ਹੋਣ ਦਾ ਨਾਮ ਲੈ ਨਹੀਂ ਰਿਹਾ। ਜਾਂ ਤਾਂ ਸਰਕਾਰ ਤੇ ਕਿਸਾਨਾਂ 'ਚ ਰੇੜਕਾ ਗੱਲਬਾਤ ਨਾਲ ਖਤਮ ਹੋ ਜੇ, ਨਹੀਂ ਤਾਂ ਮੇਰਾ ਇਹ ਸ਼ੁੱਧ ਸਲਾਹ ਹੈ ਕਿਸਾਨਾਂ ਨੂੰ ਕਿ ਸਾਡੇ ਮੁਲਕ ਦੇ ਵਿੱਚ ਪੋਲੀਟੀਕਲ ਸਿਸਟਮ ਹੈ ਜਿਹੜਾ, ਉਹਦਾ ਤੁਸੀਂ ਹਿੱਸਾ ਬਣੋ। ਪੋਲੀਟੀਕਲ ਸਿਸਟਮ ਦਾ ਹਿੱਸਾ ਬਣਨ ਲਈ ਕੀ ਕਰਨਾ ਪੈਣਾ? ਤੁਸੀਂ, ਇਹ ਮੌਕਾ ਹੈ ਜਦੋਂ ਮੁਲਕ 'ਚ ਸਾਡੇ ਕਿਸਾਨ ਆਪਣੀ ਪੋਲੀਟੀਕਲ ਪਾਰਟੀ ਬਣਾ ਸਕਦੇ ਨੇ। ਅਗਰ ਕਿਸਾਨਾਂ ਨੂੰ ਲੱਗਦਾ ਹੈ ਕਿ ਸਰਕਾਰਾਂ ਸਾਡੀ ਗੱਲ ਸੁਣ ਹੀ ਨਹੀਂ ਰਹੀਆਂ, ਸਰਕਾਰਾਂ ਕੋਲੇ ਸਾਡੀ ਗੱਲ ਦਾ ਕੋਈ ਹੱਲ ਹੀ ਹੈ ਨਹੀਂ, ਤੇ ਕਿਸਾਨਾਂ ਨੂੰ ਪੋਲੀਟੀਕਲ ਪਾਰਟੀ ਬਣਾ ਲੈਣੀ ਚਾਹੀਦੀ ਹੈ। ਲੋਕ ਸਮਰਥਨ ਕਿਸਾਨਾਂ ਦੇ ਨਾਲ ਆਊਗਾ, ਕਿਸਾਨ ਪਾਰਲੀਮੈਂਟ 'ਚ, ਵਿਧਾਨ ਸਭਾ ਦੇ ਵਿੱਚ ਪਹੁੰਚਣਗੇ ਤੇ ਭਵਿੱਖ ਦੇ ਲੰਮੇ ਫੈਸਲੇ ਨੇ ਜਿਹੜੇ ਸਰਕਾਰ ਦੇ ਰੂਪ 'ਚ ਜਾਂ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਜਿਹੜੇ ਕਿਸਾਨ ਨੇ ਉਹਦੇ 'ਚ ਸ਼ਮੂਲੀਅਤ ਕਰ ਸਕਦੇ ਨੇ। ਸੋ ਮੈਨੂੰ ਇਹ ਲੱਗਦਾ ਕਿ ਬਾਕੀ ਠੀਕ ਹੈ, ਇੱਕ ਦਿਨ ਦਾ ਬੰਦ ਹੈ ਗਗਨ, ਇਸ ਬੰਦ ਦੀ ਤਾਕਤ ਦਾ ਅੰਦਾਜ਼ਾ ਸ਼ਾਮ ਤੱਕ ਹੋਊਗਾ ਅੱਜ। ਅਗਰ ਤਾਂ ਮੁਲਕ ਦੇ ਆਮ ਲੋਕਾਂ ਨੇ ਇਸ ਬੰਦ ਨੂੰ ਵੱਡਾ ਸਮਰਥਨ ਦਿੱਤਾ ਗਗਨ, ਫਿਰ ਤਾਂ ਇਹ ਮੰਨਿਆ ਜਾਊਗਾ ਕਿ ਕਿਸਾਨ ਆਮ ਲੋਕਾਂ ਨੂੰ ਜਾਗਰੂਕ ਕਰਨ 'ਚ ਕਾਮਯਾਬ ਹੋ ਗਏ, ਜਾਂ ਆਮ ਲੋਕ ਕਿਸਾਨਾਂ ਦੀ ਗੱਲ ਨੂੰ ਮਹਿਸੂਸ ਕਰ ਰਹੇ ਨੇ, ਸਮਝ ਰਹੇ ਨੇ। ਅਗਰ ਇਹ ਬੰਦ ਕਾਮਯਾਬ ਨਹੀਂ ਹੁੰਦਾ, ਫਿਰ ਹੁਣ ਵੀ ਇਹ ਮੰਨਿਆ ਜਾਊਗਾ ਕਿ ਭਾਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਵਿੱਚ ਲੋਕ ਖੇਤੀਬਾੜੀ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਨੇ, ਕਿਸਾਨਾਂ ਦੀ ਗੱਲ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਪਰ ਦੇਸ਼ ਦੇ ਦੂਜੇ ਸੂਬਿਆਂ ਦੇ ਲੋਕ ਉਨੀ ਗਹਿਰਾਈ ਦੇ ਨਾਲ ਇਸ ਮੁੱਦੇ ਨੂੰ ਨਹੀਂ ਸਮਝ ਰਹੇ। ਫਿਰ ਮੈਨੂੰ ਲੱਗਦਾ ਕਿ ਕਿਸਾਨ ਮੋਰਚੇ ਨੂੰ, ਫੈਸਲਾ ਕਿਸਾਨ ਮੋਰਚੇ ਦਾ ਕਿ ਉਹਨਾਂ ਨੇ ਕੀ ਕਰਨਾ ਹੈ, ਪਰ ਮੈਨੂੰ ਇਹ ਲੱਗਦਾ ਕਿ ਫਿਰ ਉਹਨਾਂ ਨੂੰ ਕੋਈ ਨਾ ਕੋਈ ਪੋਲੀਟੀਕਲ ਜਿਹੜਾ ਮੰਚ ਹੈ ਉਹ ਜ਼ਰੂਰ ਬਣਾਉਣਾ ਚਾਹੀਦਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਪੋਲੀਟੀਕਲ ਪਾਰਟੀ ਬਣਾ ਕੇ ਲੋਕਾਂ 'ਚ ਜਾਣਾ, ਲੋਕਾਂ ਤੋਂ ਵੋਟ ਮੰਗਣੀ ਤੇ ਪਾਰਲੀਮੈਂਟ ਤੇ ਵਿਧਾਨ ਸਭਾ ਦੇ ਵਿੱਚ ਜਾ ਕੇ ਬਹਿਣਾ ਔਰ ਫੈਸਲੇ ਕਰਨ ਤੇ ਕਰਾਉਣ ਦੀ ਪ੍ਰਕਿਰਿਆ ਦਾ ਹਿੱਸਾ ਬਣਨਾ। ਹੁਣ ਤੱਕ ਕੀ ਹੋ ਰਿਹਾ? ਹੁਣ ਤੱਕ ਸਾਡੇ ਕਿਸਾਨ ਮੰਗ ਕਰਦੇ ਨੇ, ਵੀ ਆਹ ਕਾਨੂੰਨ ਰੱਦ ਕਰੋ ਜੀ, ਆਹ ਕਾਨੂੰਨ ਨਵਾਂ ਬਣਾਓ ਜੀ। ਕਿਸਾਨ ਆਪ ਐਮਐਲਏ, ਐਮਪੀ ਹੋਣਗੇ ਜਾਂ ਵਿਰੋਧੀ ਧਿਰ 'ਚ ਹੋਣਗੇ ਜਾਂ ਸਰਕਾਰ 'ਚ ਹੋਣਗੇ, ਸਰਕਾਰ ਦਾ ਹਿੱਸਾ ਹੋਣਗੇ। ਜਦੋਂ ਸਰਕਾਰਾਂ ਬਣਦੀਆਂ ਨੇ, ਭਾਵੇਂ ਪੰਜਾਬ 'ਚ 2022 ਦੀ ਸਰਕਾਰ ਬਣਨੀ ਹੈ, ਭਾਵੇਂ 2024 ਦੇ ਵਿੱਚ ਨਵੀਂ ਦੇਸ਼ ਦੀ ਪਾਰਲੀਮੈਂਟ ਦੀ ਸਰਕਾਰ ਬਣਨੀ ਹੈ, ਅਗਰ ਦੇਸ਼ 'ਚ ਕਿਸਾਨ ਪੋਲੀਟੀਕਲ ਪਾਰਟੀ ਬਣਾ ਕੇ ਅਗਰ 20, 25, 50 ਕਿਸਾਨ ਵੀ ਦੇਸ਼ ਦੇ ਸਾਡੇ ਪਾਰਲੀਮੈਂਟ 'ਚ ਆ ਜਾਂਦੇ ਹੈ, ਉਹ ਕਿਸੇ ਵੀ ਧਿਰ ਦਾ ਸਮਰਥਨ ਕਰਕੇ ਸਰਕਾਰ ਬਣਾਉਣ 'ਚ ਵੀ ਭੂਮਿਕਾ ਅਦਾ ਕਰ ਸਕਦੇ ਨੇ ਗਗਨ। ਆਪਣੀ ਮਰਜ਼ੀ ਦੇ ਨਾਲ ਫਿਰ ਉਹ ਕਾਨੂੰਨ ਇੰਟਰੋਡਿਊਸ ਕਰਾ ਸਕਦੇ ਨੇ। ਅਗਰ ਕਿਸਾਨਾਂ ਨੂੰ ਇਹ ਲੱਗਦਾ ਹੀ ਹੈ ਕਿ ਹੋਰ ਕੋਈ ਹੱਲ ਹੈ ਨਹੀਂ, ਅਸੀਂ 18 ਮਹੀਨੇ ਲਈ ਵੀ ਜਿਹੜੇ ਕਾਨੂੰਨ ਨੇ ਉਹ ਮੁਲਤਵੀ ਕਰਕੇ ਕੋਈ ਨਤੀਜਾ ਨਹੀਂ ਹੈ, ਤੇ ਫਿਰ ਮੇਰੀ ਸਲਾਹ ਇਹ ਹੈ ਕਿ ਕਿਸਾਨਾਂ ਨੂੰ ਪੋਲੀਟੀਕਲ ਬਦਲ ਦੇ ਰੂਪ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ। ਇਹ ਨਾ ਸਮਝੋ ਮੇਰੀ ਗੱਲ ਨੂੰ ਵੀ ਮੈਂ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦਾ। ਮੇਰਾ ਅੰਦੋਲਨ ਸ਼ੁਰੂ ਕਰਨ ਜਾਂ ਖਤਮ ਕਰਨ 'ਚ ਮੇਰੀ ਕੋਈ ਭੂਮਿਕਾ ਨਹੀਂ ਹੋ ਸਕਦੀ। ਇਹ ਕਿਸਾਨਾਂ ਦਾ ਫੈਸਲਾ ਹੈ, ਉਹਨਾਂ ਨੇ ਕਿੰਨੀ ਦੇਰ ਅੰਦੋਲਨ ਚਲਾਉਣਾ ਹੈ, ਕਿਵੇਂ ਚਲਾਉਣਾ ਹੈ, ਕਦੋਂ ਖਤਮ ਕਰਨਾ ਹੈ। ਮੈਂ ਕਿਉਂਕਿ ਕਿਸਾਨਾਂ ਦੇ ਅੰਦੋਲਨ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇਖ ਰਿਹਾ, ਮੈਂ ਆਪਣੀਆਂ ਟਿੱਪਣੀਆਂ ਵੀ ਕਰਦਾ ਰਿਹਾ ਗਗਨ। ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਅੰਦੋਲਨ ਹੈ ਜਿਹੜਾ, ਅਗਰ ਇਹ ਲੱਗੇ ਕਿ ਇਸ ਅੰਦੋਲਨ ਨੇ ਮੁਕਾਮ ਤੇ ਨਹੀਂ ਪਹੁੰਚਣਾ ਜਲਦੀ, ਤੇ ਫਿਰ ਸਾਡੇ ਕੋਲ ਇੱਕ ਢੰਗ ਹੈ ਪੋਲੀਟੀਕਲ ਸਿਸਟਮ ਦਾ। ਚੋਣਾਂ ਸਾਡੇ ਮੁਲਕ 'ਚ ਹਰ ਥੋੜੇ ਸਮੇਂ ਬਾਅਦ ਹੋ ਜਾਂਦੀਆਂ ਨੇ। ਹੁਣ ਦੇਖੋ, ਕਿਸਾਨ ਸਾਡੇ ਬੰਗਾਲ 'ਚ ਜਾ ਕੇ ਇਹ ਕਹਿ ਰਹੇ ਨੇ ਕਿ ਬੀਜੇਪੀ ਨੂੰ ਵੋਟ ਨਾ ਪਾਓ।
ਗਗਨ ਉਹਦੇ ਨਾਲ ਵੀ ਮਸਲਾ ਨਹੀਂ ਨਾ ਹੱਲ ਹੋਣਾ। ਅਗਰ ਕਿਸਾਨ ਉੱਥੇ ਕੁਝ ਬੀਜੇਪੀ ਨੂੰ ਵੋਟ ਨਹੀਂ ਪਾਉਣਗੇ ਪਰ ਦੂਜੀਆਂ ਪਾਰਟੀਆਂ ਨੂੰ ਤਾਂ ਪਾਉਣਗੇ ਨਾ। ਦੂਸਰੀਆਂ ਪਾਰਟੀਆਂ ਤਾਂ ਪਹਿਲਾਂ ਹੀ ਇਹਨਾਂ ਖੇਤੀ ਬਿੱਲਾਂ ਤੇ ਕੁਝ ਨਹੀਂ ਕਰ ਸਕੀਆਂ। ਤੁਸੀਂ ਦੱਸੋ, ਪੰਜਾਬ 'ਚ ਕਾਂਗਰਸ ਨੇ ਇੱਕੋ ਵਾਰੀ ਮਤੇ ਪਾਸ ਕੀਤੇ ਵਿਰੋਧ ਦੇ, ਦੁਬਾਰਾ ਮਤੇ ਨਹੀਂ ਪਾਸ ਕੀਤੇ ਵਿਰੋਧ ਦੇ। ਦੂਸਰਾ, ਨਾ ਰਾਜਸਥਾਨ 'ਚ ਕਾਂਗਰਸ ਨੇ ਕੁਝ ਕੀਤਾ, ਨਾ ਛੱਤੀਸਗੜ੍ਹ 'ਚ ਕਾਂਗਰਸ ਨੇ ਕੁਝ ਕੀਤਾ। ਹੁਣ ਅਗਰ ਸੂਬੇ ਦੀਆਂ ਸਰਕਾਰਾਂ ਆਪਣੇ ਸੂਬਿਆਂ 'ਚ ਕੁਝ ਨਹੀਂ ਕਰ ਸਕਦੀਆਂ ਤੇ ਫਿਰ ਕਾਂਗਰਸ ਤੋਂ ਵੀ ਅਸੀਂ ਕਿਵੇਂ ਆਸ ਕਰ ਲਾਂਗੇ ਜਾਂ ਵਿਰੋਧੀ ਪਾਰਟੀਆਂ ਤੋਂ ਵੀ ਕਿਵੇਂ ਆਸ ਕਰ ਲਾਂਗੇ ਕਿ ਕਿਸਾਨ ਕਹਿੰਦੇ ਬੀਜੇਪੀ ਨੂੰ ਵੋਟ ਨਾ ਪਾਓ, ਉਹਨਾਂ ਨੂੰ ਪਾ ਦਿਓ। ਇਹ ਜਿਹੜੀਆਂ ਚੀਜ਼ਾਂ ਨੇ ਗਗਨ, ਇਹ ਮੈਨੂੰ ਲੱਗਦਾ ਇਹ ਕਿਸੇ ਨਤੀਜੇ ਵਾਲੇ ਪਾਸੇ ਪਹੁੰਚਣ ਵਾਲੀਆਂ ਨਹੀਂ ਹੈ। ਕਹਿੰਦੇ ਨੇ ਠੋਸ ਰਣਨੀਤੀ ਹੋਣੀ ਚਾਹੀਦੀ ਹੈ। ਜਿਵੇਂ ਸਾਡੀਆਂ ਸਰਕਾਰਾਂ ਕੋਲੇ ਅੱਜ ਤੱਕ ਸਾਡੇ ਐਗਰੀਕਲਚਰ ਨੂੰ ਸਾਂਭਣ ਦੀ ਕੋਈ ਠੋਸ ਰਣਨੀਤੀ ਨਹੀਂ ਰਹੀ, ਪੰਜਾਬ ਦੀ ਐਗਰੀਕਲਚਰ ਨੂੰ ਸਾਂਭਣ ਦੀ ਕੋਈ ਠੋਸ ਰਣਨੀਤੀ ਨਹੀਂ ਰਹੀ। ਅਗਰ ਰਹੀ ਹੁੰਦੀ ਤੇ ਅੱਜ ਐਗਰੀਕਲਚਰ 'ਚ ਖੜੋਤ ਥੋੜੀ ਆਉਂਦੀ, ਅੱਜ ਸਾਡੀ ਖੇਤੀ ਬਹੁਤ ਅੱਗੇ ਵਧੀ ਹੁੰਦੀ ਗਗਨ। ਉਸੇ ਤਰ੍ਹਾਂ ਕਿਸਾਨ ਅੰਦੋਲਨ ਕਰ ਰਹੇ ਨੇ, ਬੰਦ ਕਰ ਰਹੇ ਨੇ, ਪੱਛਮੀ ਬੰਗਾਲ ਜਾ ਰਹੇ ਨੇ ਕਿਸਾਨ ਆਗੂ ਕਿ ਬੀਜੇਪੀ ਦਾ ਵਿਰੋਧ ਕਰੋ। ਇਹਦੇ ਨਾਲ ਨਤੀਜਾ ਨਹੀਂ ਨਿਕਲਣਾ ਗਗਨ। ਮੈਂ ਕਿਸਾਨ ਵਿਰੋਧੀ ਨਹੀਂ ਹਾਂ, ਪਰ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਅਗਰ ਇਹ ਕਹਿਣ ਕਿ ਅਸੀਂ ਪੋਲੀਟੀਕਲ ਤੌਰ ਦੇ ਉੱਤੇ ਸਰਗਰਮ ਹੋ ਰਹੇ ਹਾਂ, ਅਸੀਂ ਪੋਲੀਟੀਕਲ ਪਾਰਟੀ ਬਣਾਵਾਂਗੇ, ਔਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿਣ ਕਿਸਾਨ ਕਿ ਅਸੀਂ ਆਪਣੀ ਪੋਲੀਟੀਕਲ ਪਾਰਟੀ ਬਣਾ ਰਹੇ ਹਾਂ, ਵਿਧਾਨ ਸਭਾ 'ਚ ਅਸੀਂ ਜਾਵਾਂਗੇ, ਪਾਰਲੀਮੈਂਟ ਦੀਆਂ ਚੋਣਾਂ ਅਸੀਂ ਲੜਾਂਗੇ, ਇੱਕ ਵਾਰ ਬੇਨਤੀ ਕਰ ਦੇਣ ਵੀ ਨਾ ਆਪ ਵਾਲਾ ਕੋਈ ਲੜੇ, ਨਾ ਕਾਂਗਰਸ ਵਾਲਾ ਕੋਈ ਲੜੇ, ਨਾ ਅਕਾਲੀ ਦਲ ਵਾਲਾ ਕੋਈ ਲੜੇ, ਸਾਨੂੰ ਪਾਰਲੀਮੈਂਟ ਦੇ ਵਿਧਾਨ ਸਭਾ 'ਚ 5 ਸਾਲ ਜਾ ਲੈਣ ਦਿਓ। ਲਓ, ਜੇ ਆਪ ਵਾਲੇ ਬਹਿ ਜਾਣ ਵੀ ਠੀਕ ਹੈ ਜੀ ਕਿਸਾਨ ਤੁਸੀਂ ਲੜੋ, ਅਸੀਂ ਨਹੀਂ ਚੋਣਾਂ ਲੜਦੇ। ਜੇ ਕਾਂਗਰਸ ਵਾਲੇ ਕਹਿ ਦੇਣ ਵੀ ਠੀਕ ਹੈ ਜੀ ਕਿਸਾਨ ਮੋਰਚਾ ਜਾਵੇ ਵਿਧਾਨ ਸਭਾ ਪਾਰਲੀਮੈਂਟ, ਅਸੀਂ ਅਸਤੀਫੇ ਦੇ ਕੇ ਘਰੇ ਬਹਿੰਦੇ ਹਾਂ, ਕਿਸੇ ਪੋਲੀਟੀਕਲ ਪਾਰਟੀ ਨੇ ਨਹੀਂ ਕਹਿਣਾ। ਬਿਲਕੁਲ। ਤੁਸੀਂ ਆਸ ਕਰਦੇ ਹੋ ਵੀ ਅਕਾਲੀ ਦਲ ਕਹਿ ਦੂਗਾ ਵੀ ਠੀਕ ਹੈ ਜੀ ਕਿਸਾਨ ਮੋਰਚਾ ਪੰਜਾਬ 'ਚ ਚੋਣਾਂ ਲੜੇ ਤੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਹਾਂ? ਬਿਲਕੁਲ ਨਹੀਂ। ਸੋ ਇਸ ਕਰਕੇ ਕਿਸਾਨਾਂ ਨੂੰ ਪੋਲੀਟੀਕਲ ਬਦਲ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਔਰ ਡੈਮੋਕ੍ਰੇਸੀ 'ਚ ਰਾਈਟ ਹੈ। ਜਦੋਂ ਲੋਕ ਆਜ਼ਾਦ ਲੋਕ ਰਾਸ਼ਟਰਪਤੀ ਦੀ ਚੋਣ ਲੜ ਸਕਦੇ ਨੇ ਗਗਨ, ਤੁਸੀਂ ਤੇ ਮੈਂ, ਸਾਡੇ 'ਚੋਂ ਵੀ ਕੋਈ ਰਾਸ਼ਟਰਪਤੀ ਦੀ ਚੋਣ ਲੜ ਸਕਦਾ ਜਦੋਂ ਸਾਡੇ ਮੁਲਕ ਦਾ ਪ੍ਰਬੰਧ ਹੈ, ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣਨਾ, ਤੁਸੀਂ ਆਪਣੇ ਆਪ ਨੂੰ ਲੋਕਾਂ ਅੱਗੇ ਲੈ ਕੇ ਜਾਓ। ਕਿਸਾਨ ਦੇਸ਼ ਦੇ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਲੈ ਕੇ ਜਾਣ ਵੀ ਅਸੀਂ ਕਿਸਾਨ ਆ ਤੇ ਸਾਡੀ ਪੋਲੀਟੀਕਲ ਪਾਰਟੀ ਬਣੀ ਹੈ, ਸਾਨੂੰ ਵੋਟਾਂ ਪਾਓ, ਅਸੀਂ ਕਿਸਾਨ ਅਸੀਂ ਜਾ ਕੇ ਚੰਗੇ ਕਾਨੂੰਨ ਬਣਾਈਏ ਤੇ ਆਪਾਂ ਦੇਸ਼ 'ਚੋਂ ਖੇਤੀ ਨੂੰ ਵੀ ਤਰੱਕੀ ਕਰੀਏ ਤੇ ਆਮ ਲੋਕਾਂ ਨੂੰ ਵੀ ਤਰੱਕੀ ਦਈਏ। ਉਸ ਤੋਂ ਇਲਾਵਾ ਇਸ ਅੰਦੋਲਨ ਦੇ ਵਿੱਚੋਂ ਮੈਨੂੰ ਕੋਈ ਹੋਰ ਉਸਾਰੂ ਚੀਜ਼ ਗਗਨ ਨਹੀਂ ਦਿਖਦੀ। ਮੈਂ ਅੰਦੋਲਨ ਦਾ ਵਿਰੋਧੀ ਨਹੀਂ ਹਾਂ, ਪਰ ਜੋ ਮੈਨੂੰ ਲੱਗ ਰਿਹਾ, ਹੁਣ ਤੁਸੀਂ ਦੇਖੋ FCI ਦੇ ਮਸਲੇ ਆਏ ਨੇ, ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਮਸਲੇ ਆਏ ਨੇ। ਮੈਂ ਪੋਲੀਟੀਕਲ ਧਿਰਾਂ ਦੇਖਦਾ, ਕਈ ਕਹਿੰਦੇ ਜੀ 1 ਸਾਲ ਹੀ ਕਾਨੂੰਨ ਲਾਗੂ ਨਾ ਕਰੋ, 1 ਸਾਲ ਬਾਅਦ FCI ਦਾ ਜਿਹੜਾ ਡਾਇਰੈਕਟ ਖਾਤਿਆਂ 'ਚ ਪੈਸਾ ਆਉਣਾ ਕਿਸਾਨਾਂ ਦੀ। ਹੁਣ ਦੇਖੋ ਉਹਦੇ 'ਚ ਵੀ ਕਈ ਕਿਸਾਨ ਨੇ ਉਹ ਕਹਿ ਰਹੇ ਨੇ ਕਿ ਜੀ ਇਹ ਲਾਗੂ ਨਹੀਂ ਹੋਣੀ ਚਾਹੀਦੀ ਯੋਜਨਾ, ਜਦਕਿ ਕਿਸਾਨਾਂ ਦੇ ਖਾਤੇ 'ਚ ਸਿੱਧਾ ਪੈਸਾ ਆਵੇ, ਇਹਦਾ ਵਿਰੋਧ ਨਹੀਂ ਹੋਣਾ ਚਾਹੀਦਾ। ਮੰਗ ਕਿਸਾਨ ਮੋਰਚੇ ਨੂੰ ਇਹ ਕਰਨੀ ਚਾਹੀਦੀ ਹੈ ਕਿ ਸਰਕਾਰ ਇਹਦੀ ਵਿਵਸਥਾ ਨੂੰ ਦਰੁਸਤ ਕਰੇ, ਪੈਸਾ ਕਿਸਾਨਾਂ ਦੇ ਖਾਤੇ 'ਚ ਹੀ ਸਿੱਧਾ ਆਵੇ। ਸਰਕਾਰ ਵਿਵਸਥਾ ਨੂੰ ਦਰੁਸਤ ਕਰੇ ਕਿ ਜਿਹੜੇ ਲੋਕ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਉਹਨਾਂ ਨੂੰ ਪੈਸੇ ਦੀ ਵਸੂਲੀ ਕਿਵੇਂ, ਜਿਹੜੇ ਠੇਕੇ ਤੇ ਲੈ ਕੇ ਖੇਤੀ ਕਰਦੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਕਿਵੇਂ ਆਉਣ, ਸਾਡੇ ਵਿਦੇਸ਼ਾਂ 'ਚ ਬੈਠੇ NRIਆਂ ਦੇ ਖਾਤੇ 'ਚ ਜਾਂ ਉਹਨਾਂ ਦੇ ਨਾਂ 'ਤੇ ਜਿਹੜੀਆਂ ਜ਼ਮੀਨਾਂ ਨੇ ਉਸ ਮਸਲੇ ਨੂੰ ਕਿਵੇਂ ਨਿਬੇੜਿਆ ਜਾਵੇ, ਉਹਨਾਂ ਦੀਆਂ ਜ਼ਮੀਨਾਂ ਅੱਗੇ ਠੇਕੇ ਤੇ ਦਿੱਤੀਆਂ ਹੋਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਧਿਆਨ ਰੱਖਣ ਦੀ ਲੋੜ ਹੈ। ਤੇ ਢਿੱਲੋਂ ਸਾਹਿਬ, ਜਿਸ ਤਰ੍ਹਾਂ ਤੁਸੀਂ FCI ਦੇ ਨਵੇਂ ਨਿਯਮਾਂ ਦੀ ਗੱਲ ਕੀਤੀ ਹੈ, ਇਸ ਨਿਯਮਾਂ ਦਾ ਵਿਰੋਧ ਵੱਖੋ ਵੱਖਰੀਆਂ ਵਿਰੋਧੀ ਧਿਰਾਂ ਦੇ ਵੱਲੋਂ ਕੀਤਾ ਜਾ ਰਿਹਾ। ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਸ ਦਾ ਵਿਰੋਧ ਕੀਤਾ ਚਿੱਠੀ ਲਿਖ ਕੇ। ਉਧਰ ਅਕਾਲੀ ਦਲ ਇਸ ਮਸਲੇ ਦੇ ਉੱਤੇ ਕਾਂਗਰਸ ਨੂੰ ਵੀ ਘੇਰਦਾ ਨਜ਼ਰ ਆ ਰਿਹਾ ਹੈ। ਕਿੱਦਾਂ ਵੇਖ ਰਹੇ ਹੋ ਹੁਣ ਇਹ FCI ਦੇ ਨਾਲ ਨਿਯਮਾਂ ਦੇ ਉੱਤੇ ਸਿਆਸਤ ਕਿਉਂ ਸ਼ੁਰੂ ਹੋਈ ਹੈ? ਇਹ ਇਸ ਕਰਕੇ ਸ਼ੁਰੂ ਹੋ ਗਈ, ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਮਹਾਪੰਚਾਇਤ ਕੀਤੀ, ਅਕਾਲੀ ਦਲ ਨੇ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿਸਾਨਾਂ ਦੇ ਹੱਕ 'ਚ ਮਾਰਚ ਕੱਢਿਆ, ਕਾਂਗਰਸ ਵਾਲਿਆਂ ਨੇ ਤਾਂ ਆਪ ਰੈਲੀ ਕਰਤੀ, ਰਾਹੁਲ ਗਾਂਧੀ ਰਾਜਸਥਾਨ 'ਚ ਟਰੈਕਟਰ ਮਾਰਚ ਕੱਢਿਆ ਆ, ਮਹਾਪੰਚਾਇਤਾਂ 'ਚ ਪੋਲੀਟੀਕਲ ਲੋਕ ਜਾ ਰਹੇ ਨੇ। ਹੁਣ ਕਿਸਾਨ ਅੰਦੋਲਨ ਦਾ ਸਿਆਸੀਕਰਨ ਹੋ ਚੁੱਕਿਆ। ਹੁਣ ਜਿਹੜਾ ਕਿਸਾਨ ਅੰਦੋਲਨ ਹੈ ਉਹ ਸਿਰਫ ਕਿਸਾਨਾਂ ਦਾ ਨਹੀਂ ਹੈਗਾ। ਸ਼ੁਰੂਆਤ 'ਚ ਕੀ ਸੀ, ਕਿਸਾਨ ਅੰਦੋਲਨ 'ਚ ਪੋਲੀਟੀਕਲ ਪਾਰਟੀਆਂ ਦਾ ਦਖਲ ਨਹੀਂ ਸੀ। ਕਿਸਾਨ ਕਹਿੰਦੇ ਸੀ ਪੋਲੀਟੀਕਲ ਪਾਰਟੀਆਂ ਮੰਚ ਤੇ ਨਹੀਂ ਆ ਸਕਦੀਆਂ, ਤੁਸੀਂ ਅਗਰ ਸਾਡੇ ਵਿੱਚ ਆਉਣਾ ਹੈ ਆਮ ਕਿਸਾਨ ਬਣ ਕੇ ਆਓ। ਪੋਲੀਟੀਕਲ ਪਾਰਟੀਆਂ ਕਹਿੰਦੀਆਂ ਸੀ ਵੀ ਕਿਸਾਨ ਤਾਂ ਸਾਡੇ ਨਾਲ ਵੀ ਜੁੜੇ ਨੇ। ਹੁਣ ਪੋਲੀਟੀਕਲ ਪਾਰਟੀਆਂ ਕਿਸਾਨੀ ਦੇ ਏਜੰਡੇ ਤੇ ਆਪ ਕੰਮ ਕਰ ਰਹੀਆਂ ਨੇ, ਕਿਸਾਨ ਅੰਦੋਲਨ ਦਾ ਸਿਆਸੀਕਰਨ ਹੋ ਗਿਆ। ਹੁਣ ਮੈਨੂੰ ਇਹ ਲੱਗਦਾ ਹੈ ਕਿ ਇੱਕ ਪਾਸੇ ਕਿਸਾਨ ਨੇ ਤੇ ਇੱਕ ਪਾਸੇ ਪੋਲੀਟੀਕਲ ਪਾਰਟੀਆਂ ਨੇ ਵਿਰੋਧੀ, ਤੇ ਇੱਕ ਪਾਸੇ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਇਹਨਾਂ ਖੇਤੀ ਕਾਨੂੰਨਾਂ ਦੇ ਹੱਕ 'ਚ ਨੇ। ਸੋ ਦੇਸ਼ 'ਚ ਕਿਸਾਨ ਮੁੱਦਿਆਂ ਦਾ ਸਿਆਸੀਕਰਨ ਹੋ ਗਿਆ। ਫੂਡ ਕਾਰਪੋਰੇਸ਼ਨ ਆਫ ਇੰਡੀਆ ਨੇ ਜਿਹੜਾ ਨਵਾਂ
ਨਿਯਮ ਲਾਗੂ ਕੀਤਾ ਹੈ ਭਾਰਤ ਸਰਕਾਰ ਨੇ ਵੀ ਖਾਤਿਆਂ 'ਚ ਪੈਸੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਚਿੱਠੀ ਲਿਖ ਰਹੇ ਨੇ ਵੀ 1 ਸਾਲ ਮੁਲਤਵੀ ਕਰ ਦਿਓ ਜੀ, ਫਿਰ ਵਿਚਾਰ ਲਿਓ। ਅਕਾਲੀ ਦਲ ਕਹਿੰਦਾ ਕੈਪਟਨ ਅਮਰਿੰਦਰ ਇਹ ਕਿਉਂ ਕਹਿ ਰਿਹਾ ਵੀ 1 ਸਾਲ ਲਈ ਮੁਲਤਵੀ ਕਰ ਦਿਓ। ਅਸਲ 'ਚ ਕੈਪਟਨ ਅਮਰਿੰਦਰ ਇਹ ਕਹਿੰਦੇ ਨੇ ਵੀ ਹਜੇ ਲੈਂਡ ਰਿਕਾਰਡ ਨਹੀਂ ਦਰੁਸਤ ਹੋਣੇ, ਹਜੇ ਮਸਲੇ ਸਪਸ਼ਟ ਨਹੀਂ ਹੋਏ ਕਿਸਾਨਾਂ ਦੇ, ਔਰ ਜਿਹੜੇ ਲੋਕ ਠੇਕੇ ਤੇ ਜ਼ਮੀਨ ਲੈ ਕੇ ਆਪਣੀ ਖੇਤੀ ਕਰ ਰਹੇ ਨੇ ਕਿ ਪੈਸੇ ਉਹਨਾਂ ਦੇ ਖਾਤਿਆਂ 'ਚ ਕਿਵੇਂ ਜਾਣ। ਤੇ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਵੀ ਲਿਖੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਮੈਨੂੰ ਮਿਲਣ ਦਾ ਵਕਤ ਦਿਓ, ਇਸ ਮਸਲੇ ਤੇ ਮੈਂ ਗੱਲ ਕਰਨਾ ਚਾਹੁੰਦਾ। ਗਗਨ 1 ਅਪ੍ਰੈਲ ਨੂੰ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਹੋ ਜਾਂਦੀ ਸੀ ਜੀ, ਇਸ ਵਾਰ 10 ਅਪ੍ਰੈਲ ਤੇ ਪਾਤੀ, ਕੁਝ ਦਿਨ ਅੱਗੇ ਪਾਤੀ। ਮੈਨੂੰ ਨਹੀਂ ਲੱਗਦਾ ਕਿ ਇਸ ਵਾਰ ਜਦੋਂ ਕਣਕ ਦੀ ਖਰੀਦ ਸ਼ੁਰੂ ਹੋਏਗੀ ਤੇ ਖਰੀਦ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। ਇਸ ਵਾਰ ਕੋਈ ਨਾ ਕੋਈ ਰੁਕਾਵਟ ਆਏਗੀ। ਹੁਣ ਉਹਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਵੀ ਹੈ, ਸੂਬਾ ਸਰਕਾਰਾਂ ਦੀ ਵੀ ਹੈ ਕਿ ਅਸੀਂ ਵਕਤ ਰਹਿੰਦੇ ਇਹਨਾਂ ਮਸਲਿਆਂ ਨੂੰ ਨਿਬੇੜੀਏ। ਮੈਂ ਸਿੱਧੀ ਅਦਾਇਗੀ ਦੇ ਹੱਕ 'ਚ ਹਾਂ। ਜਿਹੜੇ ਵੀ ਸਿੱਧੀ ਅਦਾਇਗੀ ਦੇ ਨਾਲ ਜੁੜੇ ਹੋਏ ਮਸਲੇ ਨੇ ਉਹਨਾਂ ਨੂੰ ਨਿਬੇੜਨ ਦੀ ਮੰਗ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ 10-15 ਹਜੇ ਤਾਂ ਦੇਖੋ ਅਸੀਂ 26 ਤਰੀਕ 'ਚ 26 27 28 29 30 31 6 ਦਿਨ ਇਸ ਮਹੀਨੇ ਦੇ ਪਏ ਨੇ, 10 ਹਜੇ 16 ਦਿਨ ਪਏ ਨੇ ਗਗਨ। 16 ਦਿਨਾਂ ਦੇ ਵਿੱਚ ਤਾਂ ਜੋ ਮਰਜ਼ੀ ਕਰ ਲਓ ਮੁਲਕ 'ਚ। ਬਿਲਕੁਲ ਹੈ ਜੀ। 16 ਦਿਨ 'ਚ ਅਗਰ ਸਰਕਾਰ ਚਾਹਵੇ FCI ਦਾ ਕਿਸਾਨਾਂ ਨਾਲ, ਆੜਤੀਆਂ ਨਾਲ ਔਰ ਸਾਡੇ NRIਆਂ ਦੀਆਂ ਜ਼ਮੀਨਾਂ ਦਾ ਮਸਲਾ, ਜਿਨ੍ਹਾਂ ਦੀਆਂ ਜ਼ਮੀਨਾਂ ਤੇ ਅੱਗੇ ਉਹਨਾਂ ਦੇ ਰਿਸ਼ਤੇਦਾਰੀਆਂ ਠੇਕੇ ਤੇ ਲੋਕ ਖੇਤੀ ਕਰਦੇ ਨੇ, ਇਹ ਸਾਰੇ ਮਸਲੇ ਨਿਬੇੜ ਸਕਦੀ ਹੈ ਸਰਕਾਰ। ਕਿਸਾਨ ਮੋਰਚੇ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ ਕਿ ਫਸਲ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਇਹ ਮਸਲੇ ਨਿਬੇੜ ਦੇਣ। ਅਗਰ ਅਸੀਂ ਇਹ ਕਵਾਂਗੇ ਕਿ ਨਹੀਂ ਇਹ ਵੀ ਕਾਨੂੰਨ ਗਲਤ ਹੈ, ਇਹ ਵੀ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ, ਫਿਰ ਨਤੀਜਾ ਨਹੀਂ ਨਿਕਲਣਾ। ਫਿਰ 10 ਅਪ੍ਰੈਲ ਨੂੰ ਜਿਹੜੀ ਖੇਤੀ ਖਰੀਦ ਸ਼ੁਰੂ ਹੋਣੀ ਹੈ ਸਰਕਾਰੀ, ਉਹਦੇ 'ਚ ਨਵੀਂ ਤਰ੍ਹਾਂ ਦੀਆਂ ਚੁਣੌਤੀਆਂ ਜਿਹੜੀਆਂ ਨੇ ਆਉਣਗੀਆਂ ਔਰ ਇਹ ਮਸਲਾ ਸਿਆਸੀ ਹੋ ਗਿਆ। ਬਿਆਨ ਵੀ ਤੁਹਾਨੂੰ ਮੈਂ ਸੁਣਾ ਦਿੰਦਾ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦੇ ਬਿਆਨ ਆ ਰਹੇ ਨੇ FCI ਦੇ ਮਸਲੇ ਤੇ। ਸੁਖਦੇਵ ਢੀਂਡਸਾ ਨੇ ਵੀ ਦਿੱਲੀੋਂ ਬਿਆਨ ਦਿੱਤਾ, ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਨੂੰ ਨਿਸ਼ਾਨਾ ਬਣਾਇਆ। ਕੈਪਟਨ ਅਮਰਿੰਦਰ ਕਹਿੰਦੇ ਅਸੀਂ ਮੋਦੀ ਸਾਹਿਬ ਨੂੰ ਚਿੱਠੀ ਲਿਖੀ ਆ, ਅਸੀਂ ਉਹਨਾਂ ਤੋਂ ਵਕਤ ਮੰਗਦੇ ਹਾਂ। ਸਿਕੰਦਰ ਸਿੰਘ ਮਲੂਕਾ ਦਾ ਵੀ ਬਿਆਨ ਆਇਆ। ਸਿਕੰਦਰ ਸਿੰਘ ਮਲੂਕਾ ਕਹਿੰਦੇ ਕੈਪਟਨ ਅਮਰਿੰਦਰ ਨੇ ਸਰਵਦਲੀ ਬੈਠਕ ਕਿਉਂ ਨਹੀਂ ਬੁਲਾਈ, ਸਾਰਿਆਂ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਨੂੰ ਕਿਉਂ ਨਹੀਂ ਮਿਲੇ। ਹੁਣ ਇਹ ਇੱਕ ਪੱਖ ਹੈ। ਇੱਕ ਪੱਖ ਇਹ ਦੇਖੋ, ਇਹ ਤਾਂ ਵਿਧਾਨ ਸਭਾ 'ਚ ਵੀ ਸਾਰੇ ਲੀਡਰ ਕਹਿੰਦੇ ਸੀ ਵੀ ਵਿਧਾਨ ਸਭਾ ਦਾ ਸੈਸ਼ਨ ਸੱਦੋ, ਖੇਤੀ ਕਾਨੂੰਨਾਂ 'ਚ ਸੋਧ ਕਰੋ, ਉਹਨਾਂ ਨੂੰ ਰੱਦ ਕਰੋ, ਸਾਰੇ ਮਿਲ ਕੇ ਰਾਸ਼ਟਰਪਤੀ ਕੋਲੇ ਚੱਲੋ। ਬਾਅਦ 'ਚ ਕੋਈ ਨਹੀਂ ਗਿਆ ਇਕੱਠੇ ਹੋ ਕੇ, ਬਾਅਦ 'ਚ ਪੋਲੀਟੀਕਲ ਪਾਰਟੀਆਂ ਇਕੱਠੇ ਹੋ ਕੇ ਨਹੀਂ ਗਈਆਂ। ਸਾਰੀਆਂ ਪੋਲੀਟੀਕਲ ਪਾਰਟੀਆਂ ਪਹਿਲਾਂ ਮੰਗ ਕਰਦੀਆਂ ਰਹੀਆਂ ਵੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ, ਸਪੈਸ਼ਲ ਸੈਸ਼ਨ ਬੁਲਾਉਣ। ਬਾਅਦ 'ਚ ਪੋਲੀਟੀਕਲ ਪਾਰਟੀਆਂ ਵਾਲੇ ਕਹਿੰਦੇ ਕੈਪਟਨ ਆਪ ਬੇਲਾ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਕਾਨੂੰਨ ਜਿਹੜੇ ਰੱਦ ਕੀਤੇ ਆ ਸੋਧ ਮਤੇ, ਇਹਨਾਂ 'ਚ ਹੈ ਹੀ ਕੁਛ ਨਹੀਂ। ਮਤਲਬ ਕਿ ਗਗਨ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਸਿਆਸਤ ਕਰਨੀ ਹੈ। ਉਹਨਾਂ ਨੇ ਪਹਿਲਾਂ ਤਾਂ ਮੰਗ ਕਰਨੀ ਹੈ ਵੀ ਇਸ ਮਸਲੇ ਤੇ ਸਰਵਦਲੀ ਬੈਠਕ ਬੁਲਾਓ। ਜਦੋਂ ਸਰਵਦਲੀ ਬੈਠਕ ਹੋ ਗਈ, ਗੱਲ ਹੋ ਗਈ ਵੀ ਆਪਾਂ ਰਾਸ਼ਟਰਪਤੀ ਕੋਲੇ ਮਿਲਣ ਨੂੰ ਜਾਣਾ, ਫਿਰ ਉਹਨਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਆ। ਅਕਾਲੀਆਂ ਨੇ ਕਹਿਣਾ ਕੈਪਟਨ ਸਿਆਸਤ ਕਰ ਰਿਹਾ, ਕੈਪਟਨ ਨੇ ਕਹਿਣਾ ਅਕਾਲੀ ਸਿਆਸਤ ਕਰ ਰਹੇ ਨੇ, ਆਪ ਵਾਲੇ ਨੇ ਕਹਿਣਾ ਅਕਾਲੀ ਤੇ ਕੈਪਟਨ ਨੇ ਦੋਨੇ ਸਿਆਸਤ ਕਰ ਰਹੇ ਨੇ। ਅਕਾਲੀਆਂ ਨੇ ਕਹਿਣਾ ਆਪ ਤੇ ਕੈਪਟਨ ਸਿਆਸਤ ਕਰ ਰਹੇ ਨੇ, ਕੈਪਟਨ ਨੇ ਕਹਿਣਾ ਆਪ ਤੇ ਅਕਾਲੀ ਸਿਆਸਤ ਕਰ ਰਹੇ ਨੇ। ਸੋ ਸਾਰਿਆਂ ਨੇ ਇੱਕ ਦੂਜੇ ਤੇ ਸਿਆਸਤ ਕਰਨ ਦੇ ਇਲਜ਼ਾਮ ਲਾਉਣੇ ਨੇ। ਆ ਵਿੱਚ ਹੀ ਇਹ ਆ ਜਾਣੇ ਨੇ ਸਾਰੇ ਸਰਵਦਲੀ ਬੈਠਕ ਜਾਂ ਬੈਂਸ ਵਾਲੇ ਆ ਜਾਣੇ ਨੇ, ਢੀਂਡਸੇ ਆ ਜਾਣੇ ਨੇ, ਸਾਰਿਆਂ ਨੇ ਇੱਕ ਦੂਜੇ ਤੇ ਇਲਜ਼ਾਮ ਲਾਉਣੇ ਆ। ਅਸਲ 'ਚ ਜਦੋਂ ਤੱਕ ਸਰਵਦਲੀ ਬੈਠਕ ਨਹੀਂ ਹੁੰਦੀ ਉਨੀ ਦੇਰ ਸਰਵਦਲੀ ਬੈਠਕ ਦੀ ਮੰਗ ਹੋਣੀ ਹੈ। ਸਰਵਦਲੀ ਬੈਠਕ ਤੋਂ ਬਾਅਦ ਇਲਜ਼ਾਮ ਲੱਗਣੇ ਨੇ ਕਿ ਉਹਨੇ ਆਹ ਕਰਤਾ, ਉਹਨੇ ਆਹ ਕਰਤਾ। ਇਹਨੂੰ ਹੀ ਕਹਿੰਦੇ ਨੇ ਕਿਸੇ ਮੁੱਦੇ ਦਾ ਅਜਿਹਾ ਸਿਆਸੀਕਰਨ ਹੋ ਜਾਣਾ ਕਿ ਉਹਦਾ ਹੱਲ ਲੁਕ ਜਾਣਾ। ਹੁਣ ਕਿਸਾਨ ਅੰਦੋਲਨ ਦਾ ਕੀ ਹੋਇਆ? ਕਿਸਾਨ ਅੰਦੋਲਨ ਦਾ ਸਿਆਸੀਕਰਨ ਇਹਨੇ ਬੁਰੇ ਤਰੀਕੇ ਨਾਲ ਹੋ ਗਿਆ ਗਗਨ। ਹੁਣ ਕਿਸੇ ਨੂੰ ਹੱਲ ਹੀ ਨਹੀਂ ਦਿਖ ਰਿਹਾ ਵੀ ਕਿਸਾਨ ਅੰਦੋਲਨ ਦਾ ਕੀ ਹੱਲ ਨਿਕਲੂਗਾ। ਤੁਹਾਨੂੰ ਦਿਖ ਰਿਹਾ? ਬਿਲਕੁਲ। ਸੋ ਇਸ ਕਰਕੇ ਜਦੋਂ ਕਿਸੇ ਚੀਜ਼ ਦਾ ਸਿਆਸੀਕਰਨ ਹੋ ਜਾਂਦਾ ਤੇ ਇਹ ਸਥਿਤੀਆਂ ਬਣ ਜਾਂਦੀਆਂ। ਇਸ ਸਿਆਸੀਕਰਨ ਤੋਂ ਬਚਣ ਲਈ ਕਿਸਾਨ ਅੰਦੋਲਨ ਨੂੰ ਲੋੜ ਹੈ। ਭਾਵੇਂ FCI ਦਾ ਮੁੱਦਾ ਹੈ, ਭਾਵੇਂ ਖੇਤੀ ਕਾਨੂੰਨਾਂ ਦਾ ਮੁੱਦਾ ਹੈ। ਪੋਲੀਟੀਕਲ ਪਾਰਟੀ ਆਪਣੀ ਬਣਾਉਣ, ਲੋਕਾਂ ਦੇ ਵਿੱਚ ਜਾਣ, ਚੋਣਾਂ ਜਿੱਤਣ। ਜਦੋਂ 70 ਤੋਂ 80% ਮੁਲਕ ਸਾਡਾ ਕਿਸਾਨੀ ਤੇ ਹੈ ਗਗਨ, ਐਡੀ ਵੱਡੀ ਗਿਣਤੀ 'ਚ ਸਾਡੇ ਮੁਲਕ 'ਚ ਕਿਸਾਨ ਨੇ, ਤੇ ਫਿਰ ਕਿਸਾਨਾਂ ਨੂੰ ਪਾਰਟੀ ਬਣਾਉਣ ਦੀ ਕੀ ਦਿੱਕਤ ਹੈ? ਪੰਜਾਬ ਵਾਲੇ ਤਾਂ ਬਣਾ ਹੀ ਲੈਣ, ਨਾਲੇ ਪਤਾ ਲੱਗ ਜੂਗਾ ਵੀ ਕਿੰਨੀਆਂ ਪੋਲੀਟੀਕਲ ਪਾਰਟੀਆਂ ਤੁਹਾਡੇ ਨਾਲ ਖੜਦੀਆਂ ਨੇ ਪੰਜਾਬ ਵਾਲੀਆਂ। ਬਿਲਕੁਲ। ਔਰ ਡੈਮੋਕ੍ਰੇਸੀ 'ਚ ਤੁਹਾਨੂੰ ਹੱਕ ਹੈ। ਬਿਲਕੁਲ। ਤੇ ਡੱਲਾ ਸਾਹਿਬ, ਉਧਰ 31 ਮਾਰਚ ਨੂੰ ਪੰਜਾਬ ਦੇ ਮੰਤਰੀ ਮੰਡਲ ਦੀ ਬੈਠਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸੱਦੀ ਹੈ। ਇਸ ਬੈਠਕ ਨੂੰ ਸੱਦਣ ਦੇ ਪਿੱਛੇ ਕਿਤੇ ਨਾ ਕਿਤੇ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਵੀ ਮੰਨੀ ਜਾ ਰਹੀ ਹੈ ਕਿ ਉਹਨਾਂ ਦੀ ਸਲਾਹ ਹੋ ਸਕਦੀ ਹੈ। ਤੇ ਨਵਜੋਤ ਸਿੰਘ ਸਿੱਧੂ ਦੀਆਂ ਚਰਚਾਵਾਂ ਨੇ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦੇ ਤੌਰ ਤੇ ਉੱਤੇ ਪੇਸ਼ ਕਰਕੇ 2 ਵੱਡੇ ਅਹੁਦੇ ਵਜ਼ਾਰਤ ਦੇ ਵਿੱਚ ਦਿੱਤੇ ਜਾ ਸਕਦੇ ਨੇ। ਇਹ ਚਰਚਾਵਾਂ ਵੱਖ-ਵੱਖ ਮੀਡੀਆ ਅਦਾਰਿਆਂ ਦੀਆਂ ਵੈਬਸਾਈਟਾਂ ਦੇ ਉੱਤੇ ਜਿਹੜੀਆਂ ਹੋ ਰਹੀਆਂ ਨੇ ਸਵੇਰ ਤੋਂ ਹੀ। ਕਿੱਦਾਂ ਵੇਖ ਰਹੇ ਹੋ? ਮੈਂ ਨਹੀਂ ਮੰਨਦਾ, ਕਿਉਂਕਿ ਇਹ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਨੇ। ਮੈਂ ਪਹਿਲਾਂ ਵੀ ਗਗਨ, ਆਪਾਂ ਕਈ ਵਾਰੀ ਮੈਂ ਆਪਣੇ ਪ੍ਰੋਗਰਾਮਾਂ 'ਚ ਕਹਿ ਚੁੱਕਿਆ ਕਿ ਸਿੱਧੂ ਅਹੁਦਾ ਨਹੀਂ ਲੈਂਦਾ,
ਅੱਜ ਮੈਂ ਇਸ ਤੋਂ ਅੱਗੇ ਜ਼ਿਆਦਾ ਗੱਲ ਨਹੀਂ ਕਰੂੰਗਾ, ਕਿਉਂਕਿ ਮੈਨੂੰ ਲੱਗਦਾ ਸਿੱਧੂ ਅਹੁਦਾ ਨਹੀਂ ਲੈਂਦਾ। ਜਾਂ ਤਾਂ ਸਿੱਧੂ ਨੂੰ ਕੋਈ ਸਿਆਸੀ ਐਫੀਡੇਵਿਟ ਦੇਵੇ, ਕਾਂਗਰਸ ਸਾਰਵਜਨਿਕ ਰੂਪ ਦੇ ਵਿੱਚ ਕੋਈ ਸਿਆਸੀ ਐਫੀਡੇਵਿਟ ਦੇਵੇ ਸਿੱਧੂ ਨੂੰ ਵੀ ਅਸੀਂ ਤੁਹਾਨੂੰ ਅਗਰ ਮੁੱਖ ਮੰਤਰੀ ਅਗਰ ਤੁਹਾਨੂੰ ਉਪ ਮੁੱਖ ਮੰਤਰੀ ਜਾਂ ਮੰਤਰੀ ਬਣਾਉਣੇ ਆ, ਅਸੀਂ ਤੁਹਾਨੂੰ ਕੰਮ 'ਚ ਨਹੀਂ ਰੋਕਾਂਗੇ, ਤੁਹਾਡੇ ਕੋਲੇ ਆਹ ਅਧਿਕਾਰ ਸ਼ਕਤੀਆਂ ਹੋਣਗੀਆਂ, ਤੁਸੀਂ ਆਪਣਾ ਕੰਮ ਕਰ ਸਕੋਗੇ, ਤੁਹਾਡੀਆਂ ਪੁਰਾਣੀਆਂ ਜਿਹੜੀਆਂ ਪਾਲਿਸੀਆਂ ਨੇ, ਭਾਵੇਂ ਮਾਈਨਿੰਗ ਦੀ ਪਾਲਿਸੀ ਹੈ, ਭਾਵੇਂ ਸ਼ਰਾਬ ਤੇ ਸੁਝਾਅ ਹੈ, ਇਹ ਸਾਰਿਆਂ ਨੂੰ ਅਸੀਂ ਲਾਗੂ ਕਰਾਂਗੇ। ਅਗਰ ਇਹ ਸਾਰੇ ਸਿਆਸੀ ਐਫੀਡੇਵਿਟ ਨਵਜੋਤ ਸਿੰਘ ਸਿੱਧੂ ਨੂੰ ਮਿਲਣਗੇ, ਫਿਰ ਹੋ ਸਕਦਾ ਨਵਜੋਤ ਸਿੰਘ ਸਿੱਧੂ ਅਹੁਦਾ ਲੈ ਲੇ ਪੰਜਾਬ ਦੇ ਹਿੱਤ 'ਚ। ਜਿੱਥੇ ਪੰਜਾਬ ਦਾ ਹਿੱਤ ਆਇਆ ਉੱਥੇ ਤਾਂ ਅਹੁਦਾ ਲੈ ਲੈਣਾ ਚਾਹੀਦਾ, ਪਰ ਇਹ ਗੱਲ ਦਾ ਮੈਨੂੰ ਭਰੋਸਾ ਘੱਟ ਹੈ ਕਿ ਕਾਂਗਰਸ ਸਿਆਸੀ ਐਫੀਡੇਵਿਟ ਦੇਵੇਗੀ ਇਸ ਵਕਤ। ਹਾਲਾਂਕਿ ਕਾਂਗਰਸ ਨੂੰ ਲੋੜ ਹੈ। ਦੇਖੋ, ਪ੍ਰਸ਼ਾਂਤ ਕਿਸ਼ੋਰ ਦੀ ਜਿਹੜੀ ਭੂਮਿਕਾ ਹੈ, ਇਹ ਭੂਮਿਕਾ ਤਾਂ ਸੁਨੀਲ ਜਾਖੜ ਦੀ ਹੋਣੀ ਚਾਹੀਦੀ ਸੀ ਸੂਬੇ 'ਚ। ਭੂਮਿਕਾ ਬਿਕਰਮ ਮਜੀਠੀਆ ਦਾ ਇਲਜ਼ਾਮ ਹੈ ਨਾ, ਉਹ ਬਿਕਰਮ ਮਜੀਠੀਆ ਤਾਂ ਕਹਿੰਦੇ ਵੀ ਸੁਨੀਲ ਜਾਖੜ ਨੂੰ ਕੇਰਲ ਚਲੇ ਜਾਣਾ ਚਾਹੀਦਾ ਤੇ ਆਪਣਾ ਅਸਤੀਫਾ ਰਾਹੁਲ ਗਾਂਧੀ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਤਾਂ ਕਹਿੰਦੇ ਪ੍ਰਸ਼ਾਂਤ ਕਿਸ਼ੋਰ ਨਜ਼ਰ ਆ ਰਿਹਾ। ਵੈਸੇ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਇੱਕ ਸੂਬੇ ਦਾ ਜਿਹੜਾ ਪ੍ਰਧਾਨ ਹੈ ਉਹ ਇੱਕ ਬਹੁਤ ਸਰਗਰਮੀ ਦੇ ਤੌਰ ਤੇ ਨਜ਼ਰ ਆਉਣਾ ਚਾਹੀਦਾ, ਕਾਂਗਰਸ 'ਚੋਂ ਹੈ ਨਹੀਂ। ਕਾਂਗਰਸ ਦਾ ਢਾਂਚਾ ਹੀ ਕੁਛ ਇਸ ਤਰੀਕੇ ਦਾ ਬਣ ਗਿਆ। ਇਸੇ ਕਰਕੇ ਤਾਂ ਕਾਂਗਰਸ ਸੂਬਾ ਦਰ ਸੂਬਾ ਹਾਰ ਰਹੀ ਹੈ ਨਾ ਗਗਨ। ਹੁਣ ਪੱਛਮੀ ਬੰਗਾਲ ਹੈ, ਕਿਸੇ ਸਮੇਂ ਕਾਂਗਰਸ ਮੁਕਾਬਲੇ 'ਚ ਸੀ, ਲੈ ਹੁਣ ਮੁਕਾਬਲਾ ਹੀ ਨਹੀਂ ਦਿਖਦਾ ਕਾਂਗਰਸ 'ਚ। ਹੁਣ ਮੁਕਾਬਲਾ ਹੀ ਐਂ ਲੱਗਦਾ ਕਿ ਬੀਜੇਪੀ ਔਰ ਦੂਜੀਆਂ ਪਾਰਟੀਆਂ 'ਚ ਹੈ, ਜਿਵੇਂ ਪੁਰਾਣੇ ਸਮੇਂ 'ਚ ਆਪਾਂ ਲੋਕਾਂ ਦੇ ਉਹ ਦੇਖਿਆ ਚੀਜ਼ਾਂ। ਹਾਲਾਂਕਿ ਡੈਮੋਕ੍ਰੇਸੀ ਹੈ, ਮੁਕਾਬਲਾ ਤਾਂ ਸਾਰੀਆਂ ਧਿਰਾਂ ਦੇ ਵਿੱਚ ਹੈਗਾ ਹੀ ਹੈ, ਪਰ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਇਹ ਸਵਾਲ ਕਿਉਂ ਆਵੇ। ਔਰ ਪੰਜਾਬ 'ਚ ਲੋਕ ਕਹਿੰਦੇ ਨੇ, ਆਹ ਦੇਖੋ, ਆਹ ਨਵਾਂ ਜਿਹੜਾ ਸਰਵੇਖਣ ਆਇਆ ਸੀ, ਉਹਦੇ 'ਚ ਕੈਪਟਨ ਨਾਲੋਂ ਵੱਧ ਪ੍ਰਸਿੱਧੀ ਸਿੱਧੂ ਦੀ ਦਿਖਾਤੀ। ਉਹਦੇ 'ਚ ਕਹਿੰਦੇ ਆਮ ਆਦਮੀ ਪਾਰਟੀ ਵੀ ਪੰਜਾਬ 'ਚ ਤਕੜੀ ਹੋ ਰਹੀ ਹੈ। ਇਹੋ ਜਿਹੀਆਂ ਗੱਲਾਂ ਆ ਗਈਆਂ। ਦੇਖੋ, ਨਵੀਆਂ ਚੀਜ਼ਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ, ਔਰ ਤੁਹਾਨੂੰ ਅੱਜ ਦੇ ਸਮੇਂ 'ਚ ਸਿਆਸਤ 'ਚ ਇਹਨਾਂ ਸਾਰੀਆਂ ਚੀਜ਼ਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਹੁਣ ਜਿਹੜੀ ਸਿੱਧੂ ਦੀ ਗੱਲ ਹੈ, ਮੰਤਰੀ ਮੰਡਲ ਦੀ ਬੈਠਕ 'ਚ ਮੈਨੂੰ ਨਹੀਂ ਲੱਗਦਾ ਗਗਨ ਕਿ ਮੰਤਰੀ ਮੰਡਲ ਦੀ ਬੈਠਕ 'ਚ, ਕਿਉਂਕਿ ਉਹ ਆਨਲਾਈਨ ਬੈਠਕ ਹੋਣੀ ਹੈ, ਮੈਨੂੰ ਨਹੀਂ ਲੱਗਦਾ ਕਿ ਉਹਦੇ 'ਚ ਨਵਜੋਤ ਸਿੰਘ ਸਿੱਧੂ ਵਿਚਾਰਿਆ ਜਾਊਗਾ। ਮੰਤਰੀ ਮੰਡਲ ਦੀ ਬੈਠਕ 'ਚ ਪੰਜਾਬ ਦੀ ਸਰਕਾਰ ਨਾਲ ਜੁੜੇ ਅਹਿਮ ਵਿਸ਼ੇ ਨੇ, ਜਿਹੜੇ ਡਿਵੈਲਪਮੈਂਟ ਨਾਲ ਜੁੜੇ ਜਿਹੜੇ ਵਿਸ਼ੇ ਨੇ, ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਊਗੀ। ਬਾਕੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕੋਈ ਅਹੁਦਾ ਦੇਣ ਦਾ ਐਲਾਨ, ਮੈਨੂੰ ਇਹ ਸੰਭਾਵਨਾ ਨਹੀਂ ਲੱਗਦੀ ਜੀ। ਤੇ ਡਾਲਾ ਸਾਹਿਬ, ਇਸ ਦੇ ਨਾਲ ਜਿਸ ਤਰ੍ਹਾਂ ਤੁਸੀਂ ਸਰਵੇ ਦੀ ਗੱਲ ਕੀਤੀ ਹੈ, ਉਹ ਸਰਵੇ ਨੂੰ ਲੈ ਕੇ ਅਕਾਲੀ ਦਲ ਬਹੁਤ ਨਾਰਾਜ਼ ਹੈ, ਕਿਉਂਕਿ ਅਕਾਲੀ ਦਲ ਨੂੰ ਨੰਬਰ ਕਾਫੀ ਪਿਛਲਾ ਜਿਹੜਾ ਇਸ ਸਰਵੇ ਦੇ ਵਿੱਚ ਵਿਖਾਇਆ ਗਿਆ ਹੈ। ਅਕਾਲੀ ਦਲ ਨੇ ਹੁਣ ਲੀਗਲ ਤਰੀਕਾ ਜਿਹੜਾ ਇਸ ਦੇ ਉੱਤੇ ਨਾਰਾਜ਼ਗੀ ਨੂੰ ਆਪਣੀ ਜ਼ਾਹਰ ਕਰਨ ਲਈ ਅਪਣਾਇਆ, ਕਿੱਦਾਂ ਵੇਖ ਰਹੇ ਹੋ? ਦੇਖੋ, ਕਾਨੂੰਨੀ ਤੌਰ ਦੇ ਉੱਤੇ ਗਏ ਨੇ ਅਕਾਲੀ ਦਲ ਦੇ ਲੀਡਰ, ਬੜੇ ਸੀਨੀਅਰ ਵਕੀਲ ਨੇ ਅਕਾਲੀ ਦਲ ਦੇ, ਹਰੀਸ਼ ਰਾਏ ਢਾਂਡਾ ਕਮੇਟੀ ਦੀ ਰਿਪੋਰਟ ਵੀ ਵਿਧਾਨ ਸਭਾ 'ਚ ਇੱਕ ਵਾਰ ਪੇਸ਼ ਹੋਈ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵਿਧਾਇਕੀ ਤੋਂ ਮੁਕਤ ਕੀਤਾ ਗਿਆ ਸੀ। ਹਾਲਾਂਕਿ ਬਾਅਦ ਦੇ ਵਿੱਚ ਉਹ ਸੁਪਰੀਮ ਕੋਰਟ 'ਚੋਂ ਜਿੱਤ ਕੇ ਆ ਗਏ। ਉਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਹਰੀਸ਼ ਰਾਏ ਢਾਂਡਾ ਸੰਸਦੀ ਸਕੱਤਰ ਸੀ। ਬਾਅਦ 'ਚ ਹਰੀਸ਼ ਰਾਏ ਢਾਂਡਾ ਉਹਨਾਂ ਦਾ ਆਪਣਾ ਮਨਮੁਟਾਅ ਹੋ ਗਿਆ ਸੀ ਅਕਾਲੀ ਦਲ ਨਾਲ, ਔਰ ਹਰੀਸ਼ ਰਾਏ ਢਾਂਡਾ ਉਹਨਾਂ ਨੇ ਆਪਣੇ ਆਪ ਨੂੰ ਪਿੱਛੇ ਕਰ ਲਿਆ ਸੀ। ਔਰ ਉਸ ਤੋਂ ਬਾਅਦ ਅਕਾਲੀ ਦਲ ਵੀ ਉਹਨਾਂ ਨੇ ਕਾਫੀ ਦੇਰ ਅਕਾਲੀ ਦਲ ਤੋਂ ਬਾਹਰ ਰਹੇ, ਦੁਬਾਰਾ ਸ਼ਮੂਲੀਅਤ ਕੀਤੀ, ਹੁਣ ਸਰਗਰਮ ਨੇ। ਹੁਣ ਹਰੀਸ਼ ਰਾਏ ਢਾਂਡੇ ਹੁਣੀ ਔਰ ਹੋਰ ਸੀਨੀਅਰ ਲੀਡਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ, ਉਹ ਸਾਰਿਆਂ ਨੇ ਇੱਕ ਮੰਗ ਪੱਤਰ ਦਿੱਤਾ ਹੈ। ਔਰ ਇਹ ਜਿਹੜਾ ਇੱਕ ਪਿੱਛੇ ਜੇ ਸਰਵੇਖਣ ਬੜਾ ਸੁਰਖੀਆਂ 'ਚ ਹੈ, ਅਕਾਲੀ ਦਲ ਨੇ ਸ਼ਿਕਾਇਤ ਦਿੱਤੀ ਹੈ ਕਿ ਇਹ ਸਰਵੇਖਣ ਹੈ ਜਿਹੜੇ ਨਹੀਂ ਹੋਣੇ ਚਾਹੀਦੇ, ਇਹਨਾਂ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਅਕਾਲੀ ਦਲ ਔਰ ਜਿਹੜੇ ਸੀਨੀਅਰ ਵਕੀਲ ਹੈ ਉਹਨਾਂ ਦੀ ਮੰਗ ਹੈ, ਡੈਮੋਕ੍ਰੇਸੀ 'ਚ ਉਹਨਾਂ ਨੇ ਇਹ ਮੰਗ ਕੀਤੀ ਹੈ। ਬਾਕੀ ਇਹ ਮੈਂ ਜ਼ਰੂਰ ਕਹਿ ਦਾਂ ਕਿ ਸਾਡੇ ਮੁਲਕ 'ਚ ਸਮੇਂ-ਸਮੇਂ 'ਤੇ ਸਰਵੇਖਣ ਹੁੰਦੇ ਨੇ, ਪੱਛਮੀ ਬੰਗਾਲ 'ਚ ਵੀ ਹੋਏ ਨੇ, ਪੰਜਾਬ ਦੇ ਸਰਵੇਖਣ ਵੀ ਹੋਏ ਨੇ। ਪਿਛਲੀ ਵਾਰ ਵੀ ਆਮ ਆਦਮੀ ਪਾਰਟੀ ਨੇ 2017 ਤੋਂ ਪਹਿਲਾਂ ਇੱਕ ਸਰਵੇਖਣ ਦੇ ਆਧਾਰ ਦੇ ਉੱਤੇ ਪੂਰੇ ਪੰਜਾਬ 'ਚ ਪੋਸਟਰ ਲਾਤੇ ਸੀ ਵੀ ਸਾਡੀ ਸਰਕਾਰ ਆ ਰਹੀ ਹੈ। ਸੋ ਹੁਣ ਲੋਕ ਨੇ ਜਿਹੜੇ ਇਹਨਾਂ ਸਰਵੇਖਣਾਂ ਪਿੱਛੇ ਜ਼ਿਆਦਾ ਲੱਗਦੇ ਨਹੀਂ ਗਗਨ। ਇਹਨਾਂ ਸਰਵੇਖਣਾਂ ਦਾ ਕੋਈ ਬਹੁਤਾ ਜ਼ਿਆਦਾ ਮੈਨੂੰ ਨਹੀਂ ਲੱਗਦਾ ਕਿ ਲੋਕਾਂ ਦੇ ਵਿੱਚ ਪ੍ਰਭਾਵ ਜਾਊਗਾ ਉਦੋਂ ਤੱਕ ਜਦੋਂ ਤੱਕ ਇਹ ਸਪਸ਼ਟ ਨਹੀਂ ਹੋ ਜਾਂਦਾ ਕਿ ਇਹ ਸਰਵੇਖਣ ਕਿਸ ਰੂਪ 'ਚ ਕੀਤਾ ਗਿਆ। ਔਰ ਅੱਜ ਮੈਂ ਦੱਸ ਵੀ ਦੇਵਾਂ, ਐਤਵਾਰ ਤੋਂ ਅਸੀਂ ਇੱਕ ਆਨਲਾਈਨ ਸਰਵੇਖਣ ਸ਼ੁਰੂ ਕਰ ਰਹੇ ਹਾਂ। ਇਹ ਜਿਹੜਾ ਆਨਲਾਈਨ ਸਰਵੇਖਣ ਹੈ, ਇਹਦੇ ਵਿੱਚ ਐਤਵਾਰ ਨੂੰ ਅਸੀਂ ਆਪਣੇ ਜਿਹੜਾ ਸਾਡਾ ਕਮਿਊਨਿਟੀ ਟੈਬ ਹੈ ਉਹਦੇ ਵਿੱਚ ਸਰਵੇਖਣ ਹੈ ਜਿਹੜਾ ਲਾਂਚ ਕਰਾਂਗੇ। ਇਹ ਸਰਵੇਖਣ ਹੈ ਜਿਹੜਾ ਇਹ ਪੂਰਾ 5 ਦਿਨ ਦਾ ਸਰਵੇਖਣ ਹੋਊਗਾ। 5 ਦਿਨਾਂ ਦੇ ਵਿੱਚ ਜਿੰਨੇ ਲੋਕ ਉਹਦਾ ਹਿੱਸਾ ਬਣਨਗੇ ਉਹ ਸਾਰਿਆਂ ਦੇ ਸਾਹਮਣੇ ਹੋਊਗਾ। ਔਰ ਮੇਰਾ ਟਾਰਗੇਟ ਹੈ ਕਿ ਜ਼ਿਆਦਾ ਨਹੀਂ ਤੇ ਘੱਟੋ ਘੱਟ 5000 ਲੋਕ ਇਸ ਸਰਵੇਖਣ ਦਾ ਹਿੱਸਾ ਜ਼ਰੂਰ ਬਣਨ ਪੰਜਾਬ ਦੇ, ਤਾਂ ਕਿ ਇੱਕ ਓਪੀਨੀਅਨ ਹੈ ਜਿਹੜਾ ਉਹ ਨਿਕਲ ਕੇ ਸਾਹਮਣੇ ਆਵੇ। ਇਹ ਸਰਵੇਖਣ ਇਸ ਮਕਸਦ ਨਾਲ ਜਿਹੜਾ ਅਸੀਂ ਕਰ ਰਹੇ ਹਾਂ, ਆਨਲਾਈਨ ਸਰਵੇਖਣ ਹੋਏਗਾ। ਇਹ ਸਰਵੇਖਣ ਆਨਲਾਈਨ ਪਿਆ ਹੋਏਗਾ, ਉੱਥੇ ਹੀ ਇਹਦਾ ਰਿਜ਼ਲਟ ਹੋਏਗਾ। ਸੋ ਇਹਦੇ ਵਿੱਚ ਕੋਈ ਵੀ ਲੁਕਵੀਂ ਚੀਜ਼ ਇਸ ਸਰਵੇਖਣ ਦੇ ਵਿੱਚ ਨਹੀਂ ਹੋਏਗੀ। ਔਰ ਇਹ ਸਰਵੇਖਣ ਦੇ ਵਿੱਚ
5000 ਲੋਕਾਂ ਦੀ ਰਾਏ ਤੇ ਆਧਾਰਿਤ ਇਹ ਸਰਵੇਖਣ ਹੋਏਗਾ। ਸੋ ਦੇਖਦੇ ਹਾਂ ਕਿ ਇਹ ਸਰਵੇਖਣ ਦਾ ਨਤੀਜਾ ਕੀ ਆਏਗਾ। ਐਤਵਾਰ ਦੇ ਦਿਨ ਇਸ ਵਾਰ ਜਿਹੜਾ ਇਹ ਸਰਵੇਖਣ ਅਸੀਂ ਸਵੇਰ ਤੋਂ ਜਿਹੜਾ ਹੈ ਇਹ ਸ਼ੁਰੂ ਕਰਾਂਗੇ ਔਰ ਵੇਖਦੇ ਹਾਂ ਕਿ ਇਹ ਸਰਵੇਖਣ ਦਾ ਨਤੀਜਾ ਕੀ ਆਉਂਦਾ। ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੈ ਜਿਹੜਾ ਇਹ ਸਰਵੇਖਣ ਵੀ ਕੁਝ ਨਾ ਕੁਝ ਤਾਂ ਪੰਜਾਬ ਦੀਆਂ ਸਥਿਤੀਆਂ ਨੂੰ ਕਰੂਗਾ। ਇਹਦੇ 'ਚ 5 ਚਿਹਰੇ 6 ਚਿਹਰੇ ਰੱਖੇ ਜਾਣੇ ਨੇ। ਪਹਿਲਾ ਚਿਹਰਾ ਕੈਪਟਨ ਅਮਰਿੰਦਰ ਸਿੰਘ। ਸਵਾਲ ਇਹ ਪੁੱਛੇ ਜਾਣੇ ਨੇ ਵੀ ਮੁੱਖ ਮੰਤਰੀ ਦੇ ਰੂਪ 'ਚ ਕਿਹੜੀ ਸ਼ਖਸੀਅਤ ਹੈ ਤੁਹਾਡੀ ਉਹ ਪਹਿਲੀ ਪਸੰਦ ਹੈ, ਦੂਜੀ ਪਸੰਦ ਹੈ ਮੁੱਖ ਮੰਤਰੀ, ਕਿਉਂਕਿ ਉਹ ਨੰਬਰ ਇਸ ਵਕਤ ਮੁੱਖ ਮੰਤਰੀ ਨੇ, ਸਿਟਿੰਗ ਚੀਫ ਮਿਨਿਸਟਰ ਨੇ। ਨੰਬਰ 1 ਕੈਪਟਨ ਅਮਰਿੰਦਰ ਸਿੰਘ ਹੋਣਗੇ। ਨੰਬਰ 2 ਪ੍ਰਕਾਸ਼ ਸਿੰਘ ਬਾਦਲ ਹੋਣਗੇ, ਕਿਉਂਕਿ ਉਹ ਪਹਿਲਾਂ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਤੇ ਸੁਖਬੀਰ ਬਾਦਲ ਕਹਿ ਚੁੱਕਿਆ ਕਿ ਸਾਡੇ ਉਮੀਦਵਾਰ ਮੁੱਖ ਮੰਤਰੀ ਦੇ ਪ੍ਰਕਾਸ਼ ਸਿੰਘ ਬਾਦਲ ਹੋਣਗੇ। ਨੰਬਰ 3 ਤੇ ਅਸੀਂ ਰੱਖਾਂਗੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ। ਨੰਬਰ 4 ਦੇ ਉੱਤੇ ਅਸੀਂ ਰੱਖਾਂਗੇ ਮੁੱਖ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਵੀ ਵੱਡਾ ਕੱਦ ਹੈ ਕਿ ਉਹਨਾਂ ਦੇ ਧਿਰ ਦੇ ਵਿੱਚੋਂ ਵੀ ਉਹਨਾਂ ਦੀ ਧਿਰ ਨੂੰ ਵੀ ਸਮਰਥਨ ਪੰਜਾਬ 'ਚੋਂ ਕਿੰਨੇ ਲੋਕ ਦੇਖਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਆ ਸਕਦੀ ਹੈ। 5ਵੇਂ ਨੰਬਰ ਤੇ ਆਮ ਆਦਮੀ ਪਾਰਟੀ ਵੱਲੋਂ ਅਸੀਂ ਹਾਲ ਦੀ ਘੜੀ ਭਗਵੰਤ ਮਾਨ ਨੂੰ ਰੱਖ ਲਾਂਗੇ। ਜਦੋਂ ਤੱਕ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਹੁੰਦਾ, ਭਗਵੰਤ ਮਾਨ ਨੂੰ ਬਤੌਰ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਕਨਵੀਨਰ ਪੰਜਾਬ ਦੇ, ਪਰ ਉਹ ਲੋਕ ਬਹੁਤ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ 'ਚ ਵੀ ਮੁੱਖ ਮੰਤਰੀ ਦਾ ਕਿਰਦਾਰ ਦੇਖਦੇ ਨੇ। ਔਰ ਇਸੇ ਤਰ੍ਹਾਂ ਅਸੀਂ ਇੱਕ ਉਮੀਦਵਾਰ ਹੈ ਜਿਹੜਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਲੋਕ ਪੰਜਾਬ 'ਚ ਮੁੱਖ ਮੰਤਰੀ ਦੇ ਉਮੀਦਵਾਰ ਦੇ ਵਜੋਂ ਦੇਖਦੇ ਨੇ, ਇਹ ਰਾਏ ਜ਼ਰੂਰ ਪੁੱਛਾਂਗੇ, ਲੋਕ ਆਪਣੀ ਰਾਏ ਵਿਅਕਤ ਕਰ ਸਕਦੇ ਨੇ। ਔਰ 6ਵੇਂ 7ਵੇਂ ਨੰਬਰ ਤੇ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਰੱਖਾਂਗੇ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਲੋਕ ਨੇ ਜਿਹੜੇ ਉਹ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਮੀਦਵਾਰ ਦੇ ਰੂਪ 'ਚ ਦੇਖਦੇ ਨੇ। ਸਰਵੇ ਦੇ ਵਿੱਚ ਸਾਰੇ 6-7 ਨਾਮ ਹੋਣਗੇ ਔਰ ਲੋਕ ਆਪਣੀ ਮਰਜ਼ੀ ਦੇ ਨਾਲ ਵੋਟ ਕਰ ਸਕਦੇ ਨੇ ਔਰ ਉਹ ਜਿਹੜਾ ਰਿਜ਼ਲਟ ਹੈ ਇਹ ਵੀ ਉੱਥੇ ਹੀ ਪਿਆ ਹੋਏਗਾ। ਇਹ ਤਕਨੀਕੀ ਤੌਰ ਤੇ ਅਸੀਂ ਇੱਕ ਡਿਜ਼ਾਈਨ ਤਿਆਰ ਕਰ ਰਹੇ ਹਾਂ। ਸੋ ਲੋਕ ਆਪਣੀ ਮਰਜ਼ੀ ਨਾਲ ਸਰਵੇ ਦਾ ਹਿੱਸਾ ਬਣ ਸਕਦੇ ਨੇ। ਜਿਹੜੇ ਹੁਣ ਮੈਨੂੰ ਪਤਾ ਲੱਗਿਆ ਜਿਹੜਾ ਇਹ ਸਰਵੇਖਣ ਜਿਹਦਾ ਐਡਾ ਜ਼ਿਆਦਾ ਰੌਲਾ ਪੈ ਰਿਹਾ ਆ, ਟੈਲੀਵਿਜ਼ਨ ਚੈਨਲ ਤੇ ਵੀ ਆਇਆ ਸੀ, ਮੈਨੂੰ ਪਤਾ ਲੱਗਿਆ ਇਹ ਵੀ ਕੋਈ ਬਹੁਤ ਜ਼ਿਆਦਾ ਵੱਡਾ ਸੈਂਪਲ ਸਾਈਜ਼ ਨਹੀਂ ਸੀ। ਸ਼ਾਇਦ 4000 ਜਾਂ ਇਸ ਤੋਂ ਕੁਝ ਜ਼ਿਆਦਾ ਲੋਕਾਂ ਦਾ ਸੈਂਪਲ ਸੀ। 4000। ਸੋ 4000 ਲੋਕਾਂ ਦੀ ਰਾਏ ਦੇ ਆਧਾਰ ਦੇ ਉੱਤੇ ਇਹ ਸਰਵੇਖਣ ਆਇਆ ਸੀ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦਾ ਨਤੀਜਾ ਵੀ ਤਕੜੇ ਰੂਪ 'ਚ ਆਇਆ। ਹੁਣ ਜਿਹੜਾ ਸਾਡਾ ਸਰਵੇਖਣ ਹੈ, ਮੈਂ ਇਹ ਕੋਸ਼ਿਸ਼ ਕਰ ਰਿਹਾ ਕਿ ਇਹ ਨਿਰਪੱਖ ਸਰਵੇਖਣ ਹੈ। 5000 ਲੋਕ ਘੱਟੋ ਘੱਟ ਇਹਦੇ 'ਚ ਅਗਰ ਸ਼ਮੂਲੀਅਤ ਕਰ ਲੈਣ ਤੇ ਬਹੁਤ ਚੰਗੀ ਗੱਲ ਹੈ। ਬਾਕੀ ਡੈਮੋਕ੍ਰੇਸੀ 'ਚ ਹਰ ਜਿਹੜੇ ਅਦਾਰੇ ਨੇ ਉਹ ਸਰਵੇਖਣ ਕਰ ਸਕਦੇ ਨੇ। ਸਾਡਾ ਸਰਵੇਖਣ ਟਰਾਂਸਪੇਰੈਂਟ ਹੋਏਗਾ। ਅਸੀਂ 7 ਨਾਮ ਦੇਣੇ ਨੇ, ਜਿਹੜੇ ਲੋਕਾਂ ਨੇ 10 ਤੇ ਇਹ ਉੱਥੇ ਹੀ ਪਏ ਰਹਿਣੇ। ਬਿਲਕੁਲ। ਸੋ ਉੱਥੇ ਹੀ ਲੋਕਾਂ ਦੀ ਜਿਹੜੀ ਰਾਏ ਹੈ ਸਾਹਮਣੇ ਆ ਜਾਣੀ ਜੀ। ਸੋ ਇਹ ਖਾਸ ਖਬਰਾਂ ਸੀ ਜਿਨ੍ਹਾਂ ਦੇ ਉੱਤੇ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਸੀ। ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਖਬਰਾਂ ਦਾ ਕੱਪੜਛਾਣ ਇਸ ਪ੍ਰੋਗਰਾਮ ਦੇ ਵਿੱਚ ਕੀਤਾ ਹੈ। ਜਾਣ ਤੋਂ ਪਹਿਲਾਂ ਕੁਝ ਸਿਆਸੀ ਬਿਆਨ ਨੇ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਜਿਹੜੇ ਈਡੀ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਇੱਕ ਰਾਸ਼ੀ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਹੈ, ਉਸ ਦਾ ਵੀ ਸਾਫ਼ ਤਰ੍ਹਾਂ ਦੇ ਨਾਲ ਸਬੂਤਾਂ ਦੇ ਸਮੇਤ ਸੁਖਪਾਲ ਸਿੰਘ ਖਹਿਰਾ ਨੇ ਪ੍ਰੈਸ ਕਾਨਫਰੰਸ ਕਰਕੇ ਜ਼ਿਕਰ ਕਰ ਦਿੱਤਾ ਹੈ। ਕਾਂਗਰਸ ਦੇ ਵਿੱਚ ਕੀ ਸੁਖਪਾਲ ਸਿੰਘ ਖਹਿਰਾ ਜਾ ਰਹੇ ਨੇ ਜਾਂ ਨਹੀਂ ਜਾ ਰਹੇ, ਇਸ ਨੂੰ ਲੈ ਕੇ ਵੀ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਮੈਂ ਤੁਹਾਡੀ ਗੱਲ ਟੋਕੂੰਗਾ। ਸੁਖਪਾਲ ਖਹਿਰਾ ਨੇ ਇਹ ਤਾਂ ਕਹਿਤਾ, ਕਹਿੰਦੇ ਹਜੇ ਮੇਰੇ ਲਈ ਪਹਿਲ ਜਿਹੜਾ ਕਿਸਾਨ ਅੰਦੋਲਨ ਹੈ ਔਰ ਇਹ ਈਡੀ ਵਾਲੇ ਮਾਮਲੇ ਨੇ, ਇਹਨਾਂ ਤੋਂ ਬਾਅਦ ਮੈਂ ਤੈਅ ਕਰੂੰਗਾ ਮੈਂ ਕੀ ਕਰਨਾ ਹੈ। ਔਰ ਮੈਨੂੰ ਲੱਗਦਾ ਕਿ ਇਹ ਸਹੀ ਫੈਸਲੇ ਕੀਤੇ ਸੁਖਪਾਲ ਖਹਿਰਾ ਨੇ। ਗਗਨ ਤੁਹਾਡੀ ਗੱਲ ਕੱਟ ਰਿਹਾ, ਪੋਲੀਟੀਕਲ ਬਿਆਨਾਂ ਤੋਂ ਪਹਿਲਾਂ ਇੱਕ ਵਾਰੀ ਕੋਵਿਡ ਦੀ ਸਿਚੁਏਸ਼ਨ ਪੰਜਾਬ ਦੀ ਜ਼ਰੂਰ ਸਾਂਝੀ ਕਰ ਲਈਏ। ਮੈਂ ਜਾਣਕਾਰੀ ਹਾਸਲ ਕੀਤੀ ਹੈ, ਕੱਲ ਪੰਜਾਬ 'ਚ 25 ਮਾਰਚ ਨੂੰ 2700 ਨਵੇਂ ਕੇਸ ਨੇ ਜਿਹੜੇ ਪੰਜਾਬ ਦੇ ਵਿੱਚ ਪੋਜ਼ਿਟਿਵ ਆਏ ਨੇ ਔਰ ਇਹ ਬੜਾ ਚਿੰਤਾਜਨਕ ਅੰਕੜਾ ਹੈ ਔਰ ਸਾਨੂੰ ਸਾਰਿਆਂ ਨੂੰ ਬਹੁਤ ਸਾਵਧਾਨੀਆਂ ਵਰਤਣ ਦੀ ਲੋੜ ਹੈ। ਕੱਲ 43 ਲੋਕ ਹੋਰ ਦੁਨੀਆ ਤੋਂ ਚਲੇ ਗਏ ਪੰਜਾਬ ਦੇ ਵਿੱਚ। ਇਹਨਾਂ ਦੇ ਵਿੱਚੋਂ 2 ਅੰਮ੍ਰਿਤਸਰ, 1 ਫਿਰੋਜ਼ਪੁਰ, ਗੁਰਦਾਸਪੁਰ ਤੋਂ 1, ਹੁਸ਼ਿਆਰਪੁਰ 6, ਜਲੰਧਰ 11, ਲੁਧਿਆਣਾ 7, ਮੋਹਾਲੀ 'ਚ 2, ਪਟਿਆਲਾ 'ਚ 2, ਸੰਗਰੂਰ 'ਚ 1, ਸ਼ਹੀਦ ਭਗਤ ਸਿੰਘ ਨਗਰ 'ਚ 8 ਲੋਕ ਦੁਨੀਆ ਤੋਂ ਚਲੇ ਗਏ। ਔਰ ਕੱਲ ਜਿਹੜੇ 2700 ਲੋਕ ਪੋਜ਼ਿਟਿਵ ਹੋਏ ਨੇ, ਲੁਧਿਆਣਾ 'ਚ 340 ਨਵੇਂ ਕੇਸ ਆਏ ਨੇ ਪੋਜ਼ਿਟਿਵ, ਜਲੰਧਰ 'ਚ 413 ਬਹੁਤ ਜ਼ਿਆਦਾ ਆਏ ਜਲੰਧਰ 'ਚ ਵੀ, ਪਟਿਆਲਾ 'ਚ 231, ਮੋਹਾਲੀ 'ਚ 321, ਅੰਮ੍ਰਿਤਸਰ 297, ਗੁਰਦਾਸਪੁਰ 233, ਬਠਿੰਡਾ 'ਚ 99, ਹੁਸ਼ਿਆਰਪੁਰ 217, ਫਿਰੋਜ਼ਪੁਰ 'ਚ 69, ਪਠਾਨਕੋਟ 'ਚ 50, ਸੰਗਰੂਰ 'ਚ 37, ਕਪੂਰਥਲਾ ਦੇ ਵਿੱਚ 19, ਫਰੀਦਕੋਟ ਦੇ ਵਿੱਚ 30, ਮੁਕਤਸਰ 'ਚ 40, ਫਾਜ਼ਿਲਕਾ ਦੇ ਵਿੱਚ 38 ਕੇਸ ਆਏ, ਮੋਗਾ ਦੇ ਵਿੱਚ 83 ਪੋਜ਼ਿਟਿਵ ਕੇਸ ਆਏ, ਰੋਪੜ 'ਚ 37 ਪੋਜ਼ਿਟਿਵ ਕੇਸ ਆਏ, ਫਤਿਹਗੜ੍ਹ ਸਾਹਿਬ 'ਚ 31 ਪੋਜ਼ਿਟਿਵ ਕੇਸ ਆਏ, ਬਰਨਾਲਾ 'ਚ 46 ਪੋਜ਼ਿਟਿਵ ਕੇਸ ਆਏ, ਤਰਨਤਾਰਨ 'ਚ 4 ਪੋਜ਼ਿਟਿਵ ਕੇਸ ਆਏ, ਸ਼ਹੀਦ ਭਗਤ ਸਿੰਘ ਨਗਰ 'ਚ 49 ਪੋਜ਼ਿਟਿਵ ਕੇਸ ਆਏ ਔਰ ਮਾਨਸਾ 'ਚ 16 ਪੋਜ਼ਿਟਿਵ ਕੇਸ ਆਏ। ਸੋ ਇਹ ਜਿਹੜੀਆਂ ਸਥਿਤੀਆਂ ਨੇ
ਪੰਜਾਬ ਦੀਆਂ ਔਰ 16 ਮਾਫ ਕਰਨਾ 2700 ਜਿਹੜੇ ਨਵੇਂ ਕੇਸ ਨੇ ਉਹ ਆਏ ਨੇ 25 ਮਾਰਚ ਨੂੰ ਜੀ ਗਗਨ। ਸੋ ਇਸ ਦੇ ਨਾਲ ਹੀ ਕੋਈ ਸਿਆਸੀ ਅਪਡੇਟ ਨੇ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਨੇ। ਸੁਖਪਾਲ ਸਿੰਘ ਖਹਿਰਾ ਹੋਣਾ ਦਾ ਵੀ ਬਿਆਨ ਹੈ, ਉਹ ਸਾਰੇ ਬਿਆਨ ਸੁਣਾਵਾਂਗੇ ਤੇ ਉਸ ਤੋਂ ਬਾਅਦ ਇਜਾਜ਼ਤ ਲਵਾਂਗੇ। 26 मार्च को किसान आंदोलन को शुरू हुए 4 महीने पूरे हो चुके हैं और इस 4 महीने पूरे होने पर संयुक्त किसान मोर्चा ने संपूर्ण बंद का कॉल दिया है और वो बंद सुबह 6 बजे से लेकर शाम के 6 बजे तक रहेगा। इस बंद में पूरी मार्केट्स, बाजार, हर किस्म की सेवाएं, रेल और रोड के जो जितने भी परिवहन है वो बंद रहेंगे और साथ ही चाहे वो दूध की, सब्जियों की सेवाएं हैं वो भी बंद रहेंगी सुबह से 6 बजे से लेके शाम 6 बजे तक। और साथ ही साथ मैं ये अपील करता हूं कि इस बंद को कामयाब करने के लिए कोई भी हमारा किसान साथी या इस बंद की सपोर्ट करने वाले दूसरे साथी जो हैं वो किसी तरह की हाई हैंडेडनेस ना करे, कोई भी जोर जबरदस्ती ना करे, कोई भी इस तरीके की कार्रवाई ना हो जिससे हिंसक कार्रवाई लगे। ਸਾਡਾ ਨਾ ਕੱਲ ਦਾ ਭਾਰਤ ਬੰਦ ਆ ਉਹਨੂੰ ਸਫਲਤਾਨ ਕਰਨ ਵਾਸਤੇ 3-4 ਗੱਡੀਆਂ ਸਾਡੀਆਂ ਲੱਗੀਆਂ ਹੋਈਆਂ ਨੇ। ਅਸੀਂ ਸੂਰੇ ਸ਼ਹਿਰ ਦੇ ਵਿੱਚ ਰਾਉਂਡ ਕਰਕੇ ਲੋਕਾਂ ਨੂੰ ਅਵੇਅਰ ਕਰਾਂਗੇ ਵੀ ਉਹ ਕੱਲ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਕਰਨ। ਹਾਂ ਤਾਂ ਇਹ ਜਿਹੜਾ ਅੱਜ ਤੁਸੀਂ ਮਾਰਚ ਕੱਢ ਰਹੇ ਹੋ ਕਿੱਥੋਂ ਤੱਕ ਰਹੇਗਾ? ਮੇਰੇ ਖਿਆਲ ਅੱਡ ਬਾਜ਼ਾਰ ਆਪਾਂ ਸਾਰੇ ਨੂੰ ਵੰਡ ਕੇ ਦਾਂਗੇ। ਹਾਲ ਗੇਟ ਤੋਂ ਅਸੀਂ ਖੜੇ ਆ ਤੇ ਆਪਾਂ ਇੱਕ ਗੱਡੀ ਨੂੰ ਜਿਹੜਾ ਵਾ 3-4 ਜਿੱਦਾਂ ਛਾਟਾ ਰੋਡ ਆ, ਆਪਣਾ ਕਚਹਿਰੀ ਵਾਲੀ ਰੋਡ ਆ, ਇਹ ਤੋਂ ਗਾ ਮਜੀਠਾ ਰੋਡ ਆ, ਸੰਗਤਪੁਰਾ ਰੋਡ ਆ, ਇਹ ਤੋਂ ਗਾ ਮੇਨ ਰੋਡ ਆ 100 ਫੁੱਟੀ ਰੋਡ ਆ, ਇਹ ਤੋਂ ਗਾ ਬਟਾਲੇ ਨੂੰ ਜਾਂਦੀ ਰੋਡ ਆ, ਬਾਬਾ 900 ਨੂੰ ਜਾਂ ਝਬਾਲ ਨੂੰ, ਸਾਰੀਆਂ ਰੋਡਾਂ ਵਾਲੇ ਪਾਸੇ ਬਾਜ਼ਾਰਾਂ ਤੇ ਸਾਰੇ ਨੂੰ ਕਵਰ ਕਰਨ ਵਾਸਤੇ ਬੋਲ ਕੇ ਜਾਵਾਂਗੇ। ਸਾਹਿਬ ਇਹਦੇ ਵਿੱਚ ਪਿੰਡਾਂ 'ਚ ਵੀ ਬੰਦ ਕੀਤਾ ਜਾਏਗਾ ਜਾਂ ਇਕੱਲੇ ਸ਼ਹਿਰ ਹੀ ਬੰਦ ਕੀਤੇ ਜਾਣਗੇ? ਨਹੀਂ, ਬਿਲਕੁਲ ਅਸੀਂ ਪਿੰਡਾਂ 'ਚ ਵੀ ਕਿਹਾ ਦੁਕਾਨਦਾਰਾਂ ਨੂੰ ਅਰਲੀ ਮਾਰਨਿੰਗ ਸੌਦਾ ਦੇ ਦਿਓ। ਪਿੰਡਾਂ 'ਚ ਵੀ ਦੁਕਾਨਦਾਰੀ ਪੂਰੀ ਤਰ੍ਹਾਂ ਬੰਦ ਰਹੂਗੀ, ਪੂਰੀ ਦਾ ਸਾਥ ਮਿਲੂਗਾ। ਉਹ ਮੈਂ ਕੱਲ ਹੀ ਬੋਲਦਾ ਸੁਣਿਆ, ਮੈਂ ਵੀ ਉੱਥੇ ਬੈਠੇ ਸਟੇਜ ਤੇ, ਕਹਿੰਦਾ 9 ਮਹੀਨੇ ਹੋ ਗਏ ਮੈਨੂੰ ਨੀਂਦ ਨਹੀਂ। ਮੈਂ ਕਿਹਾ ਸਾਨੂੰ 40 ਸਾਲ ਦੀ ਨਹੀਂ ਆਈ। ਦੇਖੋ ਬੰਦਾ ਪੈਸਾ ਕਮਾ ਲਿਆ ਹੁੰਦਾ, ਉਹਨੇ ਮੇਰਾ ਖਿਆਲ ਹੈ ਵੀ 2-3 ਪੀੜ੍ਹੀਆਂ ਦਾ ਸੈੱਟ ਕਰਤਾ ਹੋਊਗਾ। ਫਿਲਮਾਂ 'ਚ ਪੈਸੇ ਜ਼ਿਆਦਾ ਬਣਦੇ ਨਾ, ਮੈਂ ਨਹੀਂ ਕਹਿੰਦਾ ਵੀ ਠੱਗੀ ਮਾਰੀ ਕਿਤੇ ਨਾ। ਹੁਣ ਫਿਰ ਇਹੀ ਜਿਹੀਆਂ ਗੱਲਾਂ ਛੱਡਣ ਦੀ ਹੈ, ਕੋਈ ਸਾਡੀ ਰਹਿ ਲਈ ਉਹਨੇ ਇਹ ਗੱਲ ਜੇ ਰੱਖਣੀ ਵੀ ਆ, ਚਲ ਬਾਈ ਚਾਂਸ ਉਹ ਕਹਿੰਦੇ ਮੈਂ ਤੁਹਾਡੇ 4 ਲੀਡਰ ਨਾਲ ਗੱਲ ਕਰਨੀ ਹੈ। ਉਹ ਕਹਾਉਣਾ ਕੀ ਹੈ ਵੀ ਮੈਂ ਗੱਲ ਵਧੀਆ ਕਹਿਤੀ, ਇਹ ਲੀਡਰ ਨੂੰ ਤਾਂ ਖਾਣੀ ਅਕਲ ਹੀ ਨਹੀਂ ਹੈਗੀ। ਆਹੀ ਗੱਲ ਹੈ, ਅਸੀਂ ਕੋਈ ਉਹਦੀ ਗੱਲ ਨਾਲ ਸਹਿਮਤ ਨਹੀਂ। ਉਹ ਕੁਛ ਕਹੀ ਜਾਂਦਾ, ਠੀਕ ਹੈ ਨਾ, ਨਾ ਅਸੀਂ ਇਸ ਗੱਲ ਤੇ ਆਉਣਾ ਜਿੰਨਾ ਚੱਕਰ ਤਿੰਨੇ ਕਾਨੂੰਨ ਅਸੀਂ ਨਹੀਂ ਇਸ ਗੱਲ ਤੇ ਆਉਣਾ। ਇਦਾਂ ਦੀ ਖਬਰਾਂ ਤਾਂ ਪਿਛਲੇ 3 ਸਾਲ ਤੋਂ ਲੱਗੀ ਜਾਂਦੀਆਂ। ਇਟਸ ਆਲ ਮੀਡੀਆ ਸਪੈਕੂਲੇਸ਼ਨ। ਕੋਈ ਪਲਾਨ ਨਹੀਂ, ਫਿਰ ਤੁਹਾਡਾ ਅਗਲਾ ਪਲਾਨ ਕੀ ਹੋਇਆ ਕਿਉਂਕਿ ਚੋਣਾਂ ਦਾ ਸਾਲ ਹੈ? ਪਹਿਲਾਂ ਮੈਂ ਈਡੀ ਸੰਭਾਲ ਲਵਾਂ ਤੇ ਕਿਸਾਨ ਅੰਦੋਲਨ ਨੂੰ ਥੋੜਾ ਜਿਹਾ ਦੇਖ ਲਵਾਂ ਤੇ ਫਿਰ ਤੁਹਾਨੂੰ ਦੱਸਾਂਗੇ। ਖਬਰਾਂ ਛੱਡਣ ਦੀ ਕਾਂਗਰਸ ਜਾ ਰਹੀ ਈਡੀ ਦਾ ਰਿਲੇਟਡ ਤੇ ਨਹੀਂ ਹੈਗਾ ਇਸ਼ੂ ਦਾ ਸਵਾਲ? ਨਹੀਂ, ਇਹਦੇ ਬਾਰੇ ਮੈਂ ਕੀ ਕਹਿ ਸਕਦਾ, ਜਾਣਦਾ ਹੀ ਪ੍ਰੋਗਰਾਮ ਹੈ, ਨਹੀਂ ਤਾਂ ਰਿਲੇਟਡ ਮੈਂ ਕਿੱਦਾਂ ਕਹਿ ਸਕਦਾ। ਜਿਹਦੇ ਕੋਲ ਕਿਆਫੇ ਲਾਉਂਦੇ ਹੋਣਗੇ ਉਹ ਰਿਲੇਟ ਕਰ ਸਕਦੇ ਇਹਦੇ ਨਾਲ। ਕਾਂਗਰਸ ਨੇ ਸਾਡੇ ਅੱਲਾ ਨਹੀਂ ਤਾਂ ਵੈਸੇ ਅਪਰੋਚ ਕੀਤੀ ਕਾਂਗਰਸ ਨੇ ਕਿਸ ਕੀਤੀ? नहीं, ਤੁਹਾਡੀ ਕੋਈ ਗੱਲਬਾਤ ਹੋਈ? नहीं, नथिंग। इसके बाद तो मुझे राष्ट्रीय अध्यक्ष जी से आज मिलना था, क्योंकि पूरा पिछले लगभग 1 महीने से मिलना नहीं हुआ था। पूरी जो हमारी बजट की जो कार्रवाई है वो उनको बताई है। उन्होंने कुल मिलाकर जो 5 राज्यों में चुनाव चल रहे हैं उसमें हरियाणा के कार्यकर्ताओं को जाने के लिए आह्वान किया है और हरियाणा की बाकी परिस्थितियों पर भी चर्चा हुई, जैसे किसान आंदोलन है और कोविड का जो विषय दोबारा से चूँकि एक प्रभाव दिखाने लगा अपना, उसमें भी हमारी जो तैयारियां हैं वो सब बताई। तो ऐसी एक जिसको कहना चाहिए एक औपचारिक तौर पर ये एक बैठक हुई, हमारी सारे विषय को अवगत उनसे करा। ਬੜੀ ਦੇਰ ਦੀ ਮੰਗ ਸੀ ਕਿਸਾਨਾਂ ਦੀ ਕਿ ਉਹਨਾਂ ਦੇ ਪੈਸੇ ਉਹਨਾਂ ਦੇ ਅਕਾਊਂਟ 'ਚ ਸਿੱਧੇ ਜਾਣੇ ਚਾਹੀਦੇ। ਇੱਕ ਪੈਨ ਬਣਾਉਣ ਵਾਲਾ ਜਿਹੜਾ ਪ੍ਰੋਡਿਊਸ ਕਰ ਰਿਹਾ ਪੈਨ, ਉਹਦੇ ਪੈਸੇ ਤੇ ਉਹਦੇ ਅਕਾਊਂਟ 'ਚ ਜਾ ਰਹੇ, ਬ੍ਰੈਡ ਵਾਲੇ ਦੇ ਉਹਦੇ ਅਕਾਊਂਟ 'ਚ ਜਾ ਰਹੇ। ਅਸੀਂ ਕਿਸਾਨਾਂ ਨਾਲ ਧੱਕਾ ਕਿਉਂ ਕਰਨਾ ਚਾਹੁੰਦੇ ਹਾਂ? ਜੇ ਉਹਨੇ ਪ੍ਰੋਡਕਸ਼ਨ ਕੀਤੀ ਹੈ ਤੇ ਕਿਸਾਨ ਦੇ ਅਕਾਊਂਟ 'ਚ ਹੀ ਉਹਦੇ ਪੈਸੇ ਜਾਣੇ ਚਾਹੀਦੇ ਨੇ। ਕਿਉਂ ਕਿਸੇ ਏਜੰਸੀ ਜਾਂ ਕਿਸੇ ਵਿਚੋਲੀਏ ਨੂੰ ਪੈਸੇ ਜਾਣ? ਔਰ ਮੈਂ ਸਮਝਦਾ ਜਿਹੜਾ ਸਟੈਂਡ ਭਾਰਤ ਦੀ ਸਰਕਾਰ ਨੇ ਲਿੱਤਾ ਬਿਲਕੁਲ ਸਹੀ ਹੈ। FCI ਨੇ ਜਿਹੜਾ ਸਟੈਂਡ ਲਿੱਤਾ ਬਿਲਕੁਲ ਸਹੀ ਹੈ। ਕਿਸਾਨ ਕਿਉਂਕਿ ਪ੍ਰੋਡਿਊਸਰ ਹੈ, ਮਿਹਨਤ ਕਰਕੇ ਖੂਨ ਪਸੀਨੇ ਨਾਲ ਉਹ ਉਪਜ ਪੈਦਾ ਕਰਦਾ ਹੈ, ਪੈਸਾ ਉਹਦੇ ਅਕਾਊਂਟ 'ਚ ਹੀ ਜਾਣਾ ਚਾਹੀਦਾ। ਪਰ ਕੈਪਟਨ ਸਾਹਿਬ ਉਹ ਚੋਲਾ ਤੇ ਉਹਨਾਂ ਨੇ ਪਾਇਆ ਹੈ ਕਿਸਾਨੀ ਹਮਦਰਦੀ ਦਾ, ਲੇਕਿਨ ਗੱਲ ਉਹ ਕਿਸਾਨਾਂ ਦੇ ਖਿਲਾਫ ਹੀ ਕਰਦੇ। ਇਹਦੇ ਨਾਲ ਗੱਲ ਕਰੀਏ
ਉਹ ਬੀਜੇਪੀ ਬਾਰੇ ਕਹਿ ਰਹੇ ਨੇ ਕਿ ਬੀਜੇਪੀ ਕੌਣ ਹੈ ਉਹ ਨਹੀਂ ਜਾਣਦੇ। ਐਸਾ ਕਿ ਕੈਪਟਨ ਸਾਹਿਬ ਜਦੋਂ ਤੁਸੀਂ 97 ਚ ਬੜੇ ਲਾਲਇਤ ਸੀ ਕਿ ਮੈਨੂੰ ਟਿਕਟ ਪਟਿਆਲਾ ਤੋਂ ਲੜਾ ਦਿਓ, ਚਾਹੇ ਉਹ ਬੀਜੇਪੀ ਦੇ ਬੈਨਰ ਤੇ ਲੜਾਓ ਤੇ ਚਾਹੇ ਅਕਾਲੀ ਦਲ ਦੇ ਬੈਨਰ ਤੇ ਲੜਾਓ, ਤੁਹਾਨੂੰ ਸੀਟ ਨਹੀਂ ਮਿਲੀ, ਤੁਸੀਂ ਅਕਾਲੀ ਦਲ ਛੱਡਤਾ, ਗੱਠਜੋੜ ਛੱਡਤਾ। ਐਸੀ ਚਾਹੇ ਨਾ ਕਿ ਉਹ ਬੀਜੇਪੀ ਕੌਣ ਹੈ, ਉਹੀ ਹੈ ਜਿਹਦੇ ਤੋਂ ਤੁਸੀਂ 97 ਚ ਟਿਕਟ ਮੰਗਦੇ ਸੀ। ਤੇ ਕੈਪਟਨ ਸਾਹਿਬ ਹੈ ਉਹੀ ਪਾਰਟੀ ਹੈ, ਕਿਉਂਕਿ ਹੁਣ ਤੁਹਾਡੀ ਬਜ਼ੁਰਗ ਹੋ, ਸਾਡੇ 80 ਸਾਲ ਤੁਹਾਡੀ ਉਮਰ ਹੋ ਗਈ ਹੈ, ਮੈਂ ਕੁਝ ਕਹਿਣਾ ਨਹੀਂ ਚਾਹੁੰਦਾ, ਤੁਹਾਨੂੰ ਕਈ ਚੀਜ਼ਾਂ ਭੁੱਲ ਜਾਂਦੀਆਂ ਹੋਣੀਆਂ। ਬੀਜੇਪੀ ਤੁਹਾਡੇ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਦੀ ਪਾਰਟੀ ਹੈ। ਜਦੋਂ ਤੁਸੀਂ ਸਕੂਲੇ ਪੜ੍ਹਦੇ ਸੀ ਉਦੋਂ ਵੀ ਬੀਜੇਪੀ ਦੇ ਪੰਜਾਬ 'ਚ ਵਿਧਾਇਕ ਸਨ। ਐਸਾ ਕਿ ਪੇਮੈਂਟ ਡਾਇਰੈਕਟ ਹੋਏਗੀ, ਜਿਹੜਾ ਫਸਲ ਵੇਚੇਗਾ ਉਹਨੂੰ ਪੇਮੈਂਟ ਹੋਏਗੀ। ਐਸੇ 'ਚ ਮੈਨੂੰ ਨਹੀਂ ਲੱਗਦਾ ਕੋਈ ਇਹ 'ਚ ਸੰਸ਼ੇ ਹੈ। ਕਿਸਾਨ ਦੇ ਅਕਾਊਂਟ 'ਚ ਪੈਸੇ ਜਾਣੇ ਚਾਹੀਦੇ, ਜਿਹਨੇ ਪੈਦਾਵਾਰ ਪੈਦਾ ਕੀਤੀ ਹੈ, ਮਿਹਨਤ ਲਾਈ ਹੈ, दिन रात जाग के फसल पैदा की, पेमेंट उन्हें मिलनी चाहिए। देश की लोकतंत्र की हत्या भारतीय जनता पार्टी ने संख्या के बल पे की। कल इवन भारतीय जनता पार्टी के सहयोगी दल और समूचा विपक्षी दल इस बिल के विरुद्ध था, क्योंकि एक चुनी हुई सरकार को शक्तिहीन बनाने के लिए ये बिल ला गया। दिल्ली की 2 करोड़ जनता को जो सुविधाएं मिल रही हैं उसको रोकने के लिए बिल लाया गया। अरविंद केजरीवाल जी का जो दिल्ली मॉडल पूरे हिंदुस्तान के अंदर चल रहा है उसको डिस्टर्ब करने के लिए बिल लाया गया। और मोदी साहब ने ये तय कर दिया कि मोदी का विकल्प केवल केजरीवाल है, क्योंकि ये उनका डर इस बिल के माध्यम से निकल कर सामने आया। जिस प्रकार दिल्ली के अंदर फ्री बिजली, फ्री पानी, फ्री शिक्षा, फ्री चिकित्सा, महिलाओं के लिए फ्री बस यात्रा, बुजुर्गों के लिए फ्री तीर्थ यात्रा, अनेकों ऐसी स्कीम अरविंद केजरीवाल जी ने चलाई और प्रॉफिट के अंदर सरकार चलाई। जनता का पैसा जनता को वापस दिया और दिल्ली को बेहतरीन शहरों के अंदर गिनती उठाकर लेकर आए। परंतु उस मॉडल से जब भारतीय जनता पार्टी डरी और जो 23 साल से लगातार दिल्ली की जनता ने बीजेपी को सत्ता में घुसने नहीं दिया, उस बीजेपी ने बैकडोर से दिल्ली की जनता पे शासन करने की सोची। और जो एक चुना हुआ मुख्यमंत्री, चुना हुआ मंत्रिमंडल, चुने हुए विधायक, उनकी शक्ति को निकालकर एक नॉमिनेटेड व्यक्ति को उपराज्यपाल को शक्ति देने का जो प्रयत्न किया है, इसके दूरगामी परिणाम इस देश के संघीय ढांचे के लिए भी खतरनाक हैं। ਸੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਅਗਲੀ ਪ੍ਰੋਗਰਾਮ ਦੇ ਵਿੱਚ ਫਿਰ ਮਿਲਦੇ ਹਾਂ ਤੇ ਖਾਸ ਖਬਰਾਂ ਦਾ ਕਪੜਛਾਣ ਫਿਰ ਕਰਾਂਗੇ। ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ।